ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਰਨ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਾਂ ਅਪ੍ਰੈਲ ਕਰੰਟ ਅਫੇਅਰਸ ਦਾ ਪਾਰਟ 3rd। ਸੋ 2 ਪਾਰਟ ਆਪਾਂ ਆਲਰੇਡੀ ਕਰ ਚੁੱਕੇ ਹਾਂ। ਤੁਹਾਨੂੰ ਮੈਂ ਜਿਵੇਂ ਕਿਹਾ ਸੀਗਾ ਵੀ ਜਿਹੜੇ ਆਪਣੇ ਕਰੰਟ ਅਫੇਅਰਸ ਹੋਣਗੇ ਉਹਦੇ ਵਿੱਚ ਅਰਾਊਂਡ 6 to 7 ਪਾਰਟਸ ਹੋਣਗੇ, ਠੀਕ ਹੈ ਜੀ। ਸੋ ਆਪਾਂ ਜਲਦੀ ਤੋਂ ਜਲਦੀ ਆਪਾਂ ਇਹ ਅਪ੍ਰੈਲ ਦੇ ਕਰੰਟ ਅਫੇਅਰਸ ਕੰਪਲੀਟ ਕਰਕੇ ਆਪਾਂ ਮਈ ਦੇ ਸਟਾਰਟ ਕਰਨੇ ਆ। ਐਸੇ ਵੀਕ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਸਾਰੇ ਕਰੰਟ ਅਫੇਅਰਸ ਕੰਪਲੀਟ ਕਰ ਦਈਏ, ਠੀਕ ਹੈ ਜੀ। ਅਤੇ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਊਰੀਜ਼ ਹੈ, ਕੋਈ ਡਾਊਟ ਹੈ, ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਮੈਂ ਹਰ ਕਿਸੇ ਦੇ ਕਮੈਂਟਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਉੱਥੇ, ਤਾਂ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ। ਅਤੇ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੈਗੀ ਹੈ ਤੁਸੀਂ ਮੈਨੂੰ ਪਤਾ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਬਾਕੀ ਤੁਹਾਡੇ ਇਗਜ਼ਾਮ ਬਹੁਤ ਹੀ ਨਜ਼ਦੀਕ ਆ ਗਏ ਹੈ। ਸੋ ਪ੍ਰੈਪਰੇਸ਼ਨ ਆਪਣੀ ਕੰਟੀਨਿਊ ਰੱਖੋ ਅਤੇ ਆਪਣੀ ਜਿਹੜੀ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ। ਸਾਡੇ ਜਿਹੜੇ ਕਰੈਸ਼ ਕੋਰਸਿਸ ਹੈਗੇ ਆ ਜਾਂ ਸਾਡੀਆਂ YouTube 'ਤੇ ਕਲਾਸਿਸ ਆ ਰਹੀਆਂ ਉਹ ਸਾਰੀਆਂ ਤੁਸੀਂ ਵੇਖ ਸਕਦੇ ਹੋ, ਠੀਕ ਹੈ। ਸੋ ਅੱਡ ਸ਼ਡਿਊਲ ਹੈਗਾ ਸਾਰੀਆਂ ਕਲਾਸਿਸ ਦਾ, ਤੁਹਾਨੂੰ ਪਤਾ ਲੱਗ ਜਾਂਦਾ ਹੋਊਗਾ। ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਠੀਕ ਹੈ ਜੀ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸੋ ਪਹਿਲਾ ਕੁਐਸਚਨ ਹੈਗਾ ਆਪਣਾ, ਤਲਚਰ ਥਰਮਲ ਪਲਾਂਟ ਵਾਜ਼ ਰੀਸੈਂਟਲੀ ਨਿਊਜ਼ ਲੋਕੇਟਿਡ ਇਨ ਵਿਚ ਸਟੇਟ। ਸੋ ਤਲਚਰ ਜਿਹੜਾ ਥਰਮਲ ਪਲਾਂਟ ਹੈਗਾ ਉੜੀਸਾ ਸਟੇਟ ਦੇ ਵਿੱਚ ਹੈਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਰੀਸੈਂਟਲੀ ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇਹਨੂੰ ਸ਼ਟ ਡਾਊਨ ਕਰ ਦਿੱਤਾ ਗਿਆ, ਤਲਚਰ ਪਾਵਰ ਪਲਾਂਟ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ। ਹੁਣ ਆਪਾਂ ਪੜ੍ਹਦੇ ਹਾਂ ਉੜੀਸਾ ਦੇ ਵਿੱਚ ਹਾਈਐਸਟ ਪ੍ਰੋਡਕਸ਼ਨ ਕਿਸ ਚੀਜ਼ ਦੀ ਹੁੰਦੀ ਹੈ, ਜਿਵੇਂ ਕਿ ਆਇਰਨ, ਮੈਗਨੀਜ਼, ਇਹ ਸਾਰੀਆਂ ਗੱਲਾਂ ਆਪਾਂ ਪੜ੍ਹਦੇ ਹਾਂ ਵੀ ਉੜੀਸਾ ਦੇ ਵਿੱਚ ਹਾਈਐਸਟ ਪ੍ਰੋਡਕਸ਼ਨ ਕਿਸ ਚੀਜ਼ ਦੀ ਹੁੰਦੀ ਹੈ, ਠੀਕ ਹੈ। ਸੋ ਸਾਰੇ ਕਾਪੀ ਪੈਨ ਲੈ ਲਓ ਅਤੇ ਪੈਨ ਡਾਊਨ ਕਰ ਲਓ ਜਿਹੜੀ ਚੀਜ਼ ਦੀ ਹਾਈਐਸਟ ਪ੍ਰੋਡਕਸ਼ਨ ਹੁੰਦੀ ਹੈ ਉੜੀਸਾ ਦੇ ਵਿੱਚ, ਠੀਕ ਹੈ। ਤੁਸੀਂ ਪੈਨ ਡਾਊਨ ਕਰੋ। ਪਹਿਲੀ ਜਿਹੜੀ ਸਭ ਤੋਂ ਹਾਈਐਸਟ ਪ੍ਰੋਡਕਸ਼ਨ ਹੁੰਦੀ ਹੈ ਉੜੀਸਾ ਦੇ ਵਿੱਚ ਉਹ ਹੈਗੀ ਹੈ ਕ੍ਰੋਮਾਈਟ ਦੀ, ਠੀਕ ਹੈ ਜੀ। ਫਿਰ ਗ੍ਰੇਫਾਈਟ ਦੀ, ਠੀਕ ਹੈ ਜੀ। ਫਿਰ ਬਾਕਸਾਈਟ ਦੀ, ਠੀਕ ਹੈ ਜੀ। ਫਿਰ ਮੈਂਗਨੀਜ਼ ਔਰ ਦੀ, ਫਿਰ ਆਇਰਨ ਔਰ ਦੀ, ਫਿਰ ਸਿਲੇਮਨਾਈਟ ਦੀ, ਕੁਆਟਜ਼ਾਈਟ ਦੀ, ਪ੍ਰੋਕਸਨਾਈਟ ਦੀ, ਡੋਲਾਮਾਈਟ ਦੀ, ਠੀਕ ਹੈ ਜੀ। ਸੋ ਸਾਰੀ ਜਿਹੜੀਆਂ ਪ੍ਰੋਡਕਸ਼ਨ ਮੈਂ ਤੁਹਾਨੂੰ ਦੱਸੀਆਂ ਹੈਗੀਆਂ ਮਿਨਰਲਸ ਹੈਗੇ ਆ। ਸੋ ਮਿਨਰਲਸ ਦੇ ਵਿੱਚ ਮਿਨਰਲਸ ਲਈ ਉੜੀਸਾ ਬਹੁਤ ਜਾਣਿਆ ਜਾਂਦਾ ਹੈ। ਅਗਰ ਸਪੋਜ਼ ਕਰੋ ਤੁਹਾਨੂੰ ਕੋਈ ਵੀ ਕੁਐਸਚਨ ਆ ਜਾਂਦਾ ਵੀ ਮਤਲਬ ਮਿਨਰਲਸ ਦੇ ਵਿੱਚ ਕੋਈ ਵੀ ਕੁਐਸਚਨ ਆ ਜਾਂਦਾ ਵੀ ਕਿਹੜੀ ਸਟੇਟ ਪ੍ਰੋਡਿਊਸ ਕਰਦੀ ਹਾਈਐਸਟ ਮਿਨਰਲ, ਸੋ ਤੁਸੀਂ ਕਦੀ ਗੈਸ ਵੀ ਲਾਉਣਾ ਹੋਵੇ ਤਾਂ ਉੜੀਸਾ ਨੂੰ ਹੀ ਗੈਸ ਲਾਉਣਾ ਹੈ, ਠੀਕ ਹੈ ਜੀ। ਫਿਰ ਮੈਂ ਰਿਪੀਟ ਕਰ ਲੈਣਾ, ਉੜੀਸਾ ਇਜ਼ ਦ ਲੀਡਿੰਗ ਪ੍ਰੋਡਿਊਸਰ। ਉੜੀਸਾ ਸਭ ਤੋਂ ਜ਼ਿਆਦਾ ਪ੍ਰੋਡਿਊਸ ਕਰਦਾ ਹੈ ਕ੍ਰੋਮਾਈਟ, ਗ੍ਰੇਫਾਈਟ, ਬੌਕਸਾਈਟ, ਮੈਗਨੀਜ਼ ਔਰ, ਆਇਰਨ ਔਰ, ਸਿਲਮੇਨਾਈਟ, ਕੁਆਟਜ਼ਾਈਟ, ਪ੍ਰੋਕਸਨਾਈਟ ਐਂਡ ਡੋਲਾਮਾਈਟ, ਠੀਕ ਹੈ ਜੀ। ਸੋ ਸਾਰੇ ਮਿਨਰਲਸ ਹੈਗੇ ਆ, ਖਣਿਜ ਪਦਾਰਥ ਹੈਗੇ ਆ ਜਿਹੜੇ ਉੜੀਸਾ ਦੇ ਵਿੱਚ ਪ੍ਰੋਡਿਊਸ ਹੁੰਦੇ ਆ। ਪੂਰੇ ਇੰਡੀਆ ਦੇ ਵਿੱਚ ਉੜੀਸਾ ਦੇ ਵਿੱਚ ਇਹਨਾਂ ਦੀ ਹਾਈਐਸਟ ਪ੍ਰੋਡਕਸ਼ਨ ਹੈਗੀ ਆ, ਮਤਲਬ ਪੂਰੇ ਇੰਡੀਆ ਦੇ ਵਿੱਚੋਂ ਉੜੀਸਾ ਇਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਡਿਊਸ ਕਰਦਾ, ਠੀਕ ਹੈ ਜੀ। ਸੋ ਤਲਚਰ ਇੱਕ ਥਰਮਲ ਪਾਵਰ ਪਲਾਂਟ ਸੀ ਉੜੀਸਾ ਦੇ ਵਿੱਚ, ਉਹਨੂੰ ਕੀ ਕਰ ਦਿੱਤਾ ਗਿਆ ਹੈ? ਬੰਦ ਕਰ ਦਿੱਤਾ ਗਿਆ, ਇਸ ਲਈ ਨਿਊਜ਼ ਦੇ ਵਿੱਚ ਸੀਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ। ਬਾਕੀ ਉੜੀਸਾ ਦੀ ਕੈਪੀਟਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ, ਭੁਵਨੇਸ਼ਵਰ ਹੈਗੀ ਹੈ। ਅਤੇ ਬਾਕੀ ਜਿਹੜਾ ਉੜੀਸਾ ਦਾ ਚੀਫ ਮਿਨਿਸਟਰ ਕੌਣ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਸੋ ਉੜੀਸਾ ਦਾ ਚੀਫ ਮਿਨਿਸਟਰ ਹੈਗਾ ਨਵੀਨ ਪਟਨਾਇਕ। ਸੋ ਕਈ ਵਾਰੀ ਆਪਾਂ ਨੂੰ ਚੀਫ ਮਿਨਿਸਟਰ ਹੀ ਪੁੱਛ ਲਏ ਜਾਂਦੇ ਹੁੰਦੇ ਆ। ਉੜੀਸਾ ਦਾ ਚੀਫ ਮਿਨਿਸਟਰ ਹੈਗਾ ਨਵੀਨ ਪਟਨਾਇਕ। ਹੋਰ ਕੀ ਉੜੀਸਾ ਦੇ ਵਿੱਚ ਇੰਪੋਰਟੈਂਟ ਹੈਗਾ ਸਨ ਟੈਂਪਲ, ਜਿਹੜਾ ਕਿ 1300 AD ਦੇ ਵਿੱਚ ਬਣਿਆ ਸੀ ਲਗਭਗ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਛੋਟੀਆਂ ਤੁਹਾਨੂੰ ਯਾਦ ਹੋਣੀ ਚਾਹੀਦੀ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ, ਠੀਕ ਹੈ। ਸੋ ਨੈਕਸਟ ਕੁਐਸਚਨ ਹੈਗਾ, ਹੂ ਹੈਜ਼ ਬੀਨ ਅਪਾਇੰਟਡ ਐਜ਼ ਦ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਸੋ ਬਹੁਤ ਹੀ ਇੰਪੋਰਟੈਂਟ ਹੈਗਾ, ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਨਾਮ ਲੇਟੈਸਟ ਅਪਾਇੰਟ ਹੋਏ ਹੈਗੇ ਆ, ਉਹਨਾਂ ਦਾ ਨਾਮ ਹੈਗਾ ਸੁਸ਼ੀਲ ਚੰਦਰਾ, ਠੀਕ ਹੈ ਜੀ। ਸੋ ਇਲੈਕਸ਼ਨ ਕਮਿਸ਼ਨ ਬਾਰੇ ਕੁਝ ਗੱਲਾਂ ਹੈਗੀਆਂ। ਕਨਸਟੀਟਿਊਸ਼ਨਲ ਬੋਡੀ ਹੈਗੀ, ਆਰਟੀਕਲ ਨੰਬਰ 324 ਦੇ ਅੰਡਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆਉਂਦਾ ਹੈ, ਠੀਕ ਹੈ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਜਿਹੜੀ ਚੀਫ ਇਲੈਕਸ਼ਨ ਕਮਿਸ਼ਨ ਦੀ ਟੈਨਿਓਰ ਹੀ ਪੱਕੀ ਹੁੰਦੀ ਹੈ, ਤਾਂ ਜਿਹੜੀ ਟਰਮ ਹੁੰਦੀ ਹੈ 6 ਸਾਲ ਜਾਂ 65 ਸਾਲ ਤੋਂ ਉਮਰ ਤੋਂ ਥੱਲੇ ਹੋਣਾ ਚਾਹੀਦਾ ਚੀਫ ਇਲੈਕਸ਼ਨ ਕਮਿਸ਼ਨ, ਠੀਕ ਹੈ। ਬਾਕੀ ਇਹਨੂੰ ਰਿਮੂਵ ਕੀਤਾ ਜਾਊਗਾ ਆਪਣਾ ਸੁਪਰੀਮ ਕੋਰਟ ਦਾ ਜੱਜ ਜੈਸੇ ਢੰਗ ਦੇ ਨਾਲ ਰਿਮੂਵ ਕੀਤਾ ਜਾਂਦਾ, ਉਸੇ ਢੰਗ ਦੇ ਨਾਲ ਆਪਣੇ ਚੀਫ ਇਲੈਕਸ਼ਨ ਕਮਿਸ਼ਨ ਨੂੰ ਹਟਾਇਆ ਜਾਂਦਾ ਹੁੰਦਾ, ਮਤਲਬ ਉਹਨੂੰ ਹਟਾਇਆ ਜਾ ਸਕਦਾ ਆਪਣੀ ਪੋਸਟ ਤੋਂ, ਠੀਕ ਹੈ। ਬਾਕੀ ਯੂਜ਼ਲੀ ਹਟਾਇਆ ਨਹੀਂ ਜਾਂਦਾ ਹੁੰਦਾ, ਪਰ ਜੇ ਅਗਰ ਉਹ ਮਿਸਬਿਹੇਵ ਕਰੇ ਜਾਂ ਇਨਕੰਪੀਟੈਂਸ ਸ਼ੋ ਕਰੇ ਤਾਂ ਉਹਨੂੰ ਹਟਾਇਆ ਵੀ ਜਾ ਸਕਦਾ ਹੁੰਦਾ। ਸੋ ਲੇਟੈਸਟ ਜਿਹੜੇ ਅਪਾਇੰਟ ਹੋਏ ਆ ਸੁਸ਼ੀਲ ਚੰਦਰਾ ਅਪਾਇੰਟ ਹੋਏ ਆ, ਠੀਕ ਹੈ। ਸੋ ਕਿਹਨੂੰ ਰਿਪਲੇਸ ਕੀਤਾ ਹੈਗਾ? ਸੁਨੀਲ ਅਰੋੜਾ ਨੂੰ ਰਿਪਲੇਸ ਕੀਤਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਰੱਖਣੀਆਂ, ਠੀਕ ਹੈ। ਸੋ ਨੈਕਸਟ ਹੈਗਾ, ਸਭ ਤੋਂ ਇੰਪੋਰਟੈਂਟ ਗੱਲ ਧਿਆਨ ਰੱਖਣੀ ਹੈ ਵੀ ਸੁਸ਼ੀਲ ਚੰਦਰਾ ਨੇ ਕਿਹਨੂੰ ਰਿਪਲੇਸ ਕੀਤਾ, ਤਾਂ ਆਪਣਾ ਆਨਸਰ ਆ ਜਾਊਗਾ ਸੁਨੀਲ ਅਰੋੜਾ ਨੂੰ ਰਿਪਲੇਸ ਕੀਤਾ, ਠੀਕ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗੇ ਆ। ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੈਗਾ ਕਨਸਟੀਟਿਊਸ਼ਨ ਬੋਡੀ ਹੈਗੀ ਹੈ, ਜਾਂ ਕਹਿ ਸਕਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗੀ ਹੈ, ਕਨਸਟੀਟਿਊਸ਼ਨ ਬੋਡੀ ਹੈਗੀ ਹੈ। ਅਤੇ
ਇਹਦੇ ਵਿੱਚ ਇੱਕ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨ ਹੁੰਦਾ ਤੇ 2 ਇਲੈਕਸ਼ਨ ਕਮਿਸ਼ਨ ਹੁੰਦੇ ਆ। ਇਹ 324 ਨੰਬਰ ਆਰਟੀਕਲ ਦੇ ਅੰਡਰ ਸਾਰਾ ਕੁਝ ਆਉਂਦਾ ਇਹਦਾ, ਤੇ ਇਹਨੂੰ ਰਿਮੂਵ ਕੀਤਾ ਜਾ ਸਕਦਾ ਜਿਸ ਢੰਗ ਦੇ ਨਾਲ ਸੁਪਰੀਮ ਕੋਰਟ ਦੇ ਜੱਜ ਨੂੰ ਰਿਮੂਵ ਕੀਤਾ ਜਾਂਦਾ ਹੁੰਦਾ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ, ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਕੋਵਿਡ ਵੈਕਸੀਨ ਕੈਂਪੇਨ ਅੰਬੈਸਡਰ ਬਾय ਦਾ ਪੰਜਾਬ ਗੌਰਮੈਂਟ। ਸੋ ਕੋਵਿਡ ਵੈਕਸੀਨ ਦੇ ਯੂਜ਼ੇਜ ਨੂੰ ਵਧਾਉਣ ਵਾਸਤੇ ਜਾਂ ਉਹਦਾ ਫੈਲਾਅ ਵਧਾਉਣ ਵਾਸਤੇ, ਮਤਲਬ ਵੱਧੋ ਵੱਧ ਲੋਕ ਜਿਹੜੇ ਲੋਕ ਹੈਗੇ ਆਪਣੇ ਲਵਾਉਣ ਉਸ ਵੈਕਸੀਨ ਨੂੰ ਪੰਜਾਬ ਦੇ ਵਿੱਚ, ਤਾਂ ਉਸ ਲਈ ਇੱਕ ਬ੍ਰਾਂਡ ਅੰਬੈਸਡਰ ਬਣਾਇਆ ਗਿਆ। ਉਸ ਬ੍ਰਾਂਡ ਅੰਬੈਸਡਰ ਦਾ ਨਾਮ ਕੀ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ ਸੋਨੂ ਸੂਦ। ਸੋਨੂ ਸੂਦ ਤੁਹਾਨੂੰ ਪਤਾ ਹੀ ਹੈਗਾ ਵੀ ਬਹੁਤ ਪੋਪੂਲਰ ਹੋ ਰਹੇ ਆਪਣੇ ਫਿਲੈਂਥਰੋਪਿਸਟ ਐਕਟੀਵਿਟੀਜ਼ ਕਰਕੇ। ਸੋ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪੰਜਾਬ ਦੇ ਜਿਹੜੇ ਕੋਵਿਡ ਵੈਕਸੀਨ ਦੇ ਬ੍ਰਾਂਡ ਅੰਬੈਸਡਰ ਬਣੋ ਅਤੇ ਸਾਡੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਅਵੇਅਰਨੈਸ ਫੈਲਾਈ ਜਾਵੇ ਕਿ ਵੱਧ ਤੋਂ ਵੱਧ ਜਿਹੜੇ ਲੋਕ ਹੈਗੇ ਆ ਟੀਕਾਕਰਨ ਕਰਾਉਣ ਕਰੋਨਾ ਕਰਕੇ, ਠੀਕ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਹੂ ਹੈਜ਼ ਬੀਨ ਨੇਮਡ ਐਜ਼ ਦਾ ਫਸਟ ਐਵਰ ਫੀਮੇਲ ਐਸਟਰੋਨੌਟ ਆਫ ਦਾ UAE ਫॉर ਦਾ ਸਪੇਸ ਪ੍ਰੋਗਰਾਮ। ਪਹਿਲੀ ਵਾਰੀ UAE ਦੇ ਵਿੱਚ ਇੱਕ ਸਪੇਸ ਪ੍ਰੋਗਰਾਮ ਦੇ ਲਈ ਇੱਕ ਵੂਮਨ ਨੂੰ ਨੋਮੀਨੇਟ ਕੀਤਾ ਗਿਆ। ਸੋ ਉਸ ਵੂਮਨ ਦਾ ਨਾਮ ਕੀ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ ਨੋਰਾ ਅਲ ਮਤਰੋਸ਼ੀ। ਬਹੁਤ ਹੀ ਇੰਪੋਰਟੈਂਟ ਹੈਗਾ, ਠੀਕ ਹੈ। ਅਤੇ ਜੋ ਇਹਦੇ ਨਾਲ ਹੋਰ ਮਿਲਦਾ ਜੁਲਦਾ ਇੱਕ ਕੁਐਸਚਨ ਬਣਦਾ ਹੈ ਵੀ ਇੱਕ USA ਦੁਆਰਾ ਮਾਰਸ ਲਈ ਇੱਕ ਮਿਸ਼ਨ ਲਾਂਚ ਕੀਤਾ ਗਿਆ। ਸੋ ਉਸ ਮਿਸ਼ਨ ਦਾ ਨਾਮ ਕੀ ਹੈਗਾ? ਸੋ ਉਸ ਮਿਸ਼ਨ ਦਾ ਨਾਮ ਹੈਗਾ ਹੋਪ ਪ੍ਰੋਬ, ਠੀਕ ਹੈ। ਸੋ ਹੋਪ ਮਿਸ਼ਨ ਮਾਰਸ ਦੇ ਲਈ ਲਾਂਚ ਕੀਤਾ ਗਿਆ। ਕਿਹਦੇ ਦੁਆਰਾ ਲਾਂਚ ਕੀਤਾ ਗਿਆ? UAE ਦੁਆਰਾ, ਠੀਕ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, UAE ਦੁਆਰਾ ਮਾਰਸ 'ਤੇ ਮਿਸ਼ਨ ਕਿਹੜਾ ਲਾਂਚ ਕੀਤਾ ਗਿਆ? ਹੋਪ ਮਿਸ਼ਨ ਲਾਂਚ ਕੀਤਾ ਗਿਆ, ਠੀਕ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਤੁਸੀਂ ਇਹਨੂੰ ਪੈਨ ਡਾਊਨ ਕਰ ਲੈਣਾ। ਜੋ ਚੀਜ਼ਾਂ ਮੈਂ ਐਕਸਟਰਾ ਦੱਸਦਾ ਤੁਸੀਂ ਇਹਨਾਂ ਨੂੰ ਜ਼ਰੂਰ ਪੈਨ ਡਾਊਨ ਕਰਨਾ, ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਲਈ ਬਹੁਤ ਹੀ ਰੈਲੇਵੈਂਟ ਹੈਗੀ ਆ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ, ਹੂ ਵਿਲ ਬੀ ਔਨਰਡ ਵਿਦ ਦਾ ਸੈਕਿੰਡ ਹਾਈਐਸਟ ਫ੍ਰੈਂਚ ਸਿਵਿਲੀਅਨ ਅਵਾਰਡ ਦਾ ਨਾਈਟ ਆਫ ਦਾ ਆਰਡਰ ਆਫ ਆਰਟਸ ਐਂਡ ਦਾ ਲੈਟਰਸ। ਸੋ ਗੁਨੀਤ ਮੋਂਗਾ ਨੂੰ ਮਿਲਿਆ ਹੈ ਜੀ ਅਵਾਰਡ ਨਾਈਟ ਆਫ ਦਾ ਆਰਡਰਸ ਆਫ ਆਰਟਸ ਐਂਡ ਦਾ ਲੈਟਰਸ, ਠੀਕ ਹੈ। ਸੋ ਗੁਨੀਤ ਮੋਂਗਾ ਨੂੰ ਇਹ ਅਵਾਰਡ ਮਿਲਿਆ ਨਾਈਟ ਆਫ ਦਾ ਆਰਡਰ ਆਫ ਆਰਟਸ ਐਂਡ ਦਾ ਲੈਟਰਸ, ਗੁਨੀਤ ਮੋਂਗਾ ਨੂੰ, ਠੀਕ ਹੈ। ਸੋ ਨੈਕਸਟ ਕੁਐਸਚਨ ਹੈਗਾ, ਵਿਚ ਐਡੀਸ਼ਨ ਆਫ ਦਾ ਰਾਇਸੀਨਾ ਡਾਇਲੋਗ ਵਿਲ ਬੀ ਇਨੋਗ੍ਰੇਟਿਡ। ਸੋ ਕਿਹੜਾ ਐਡੀਸ਼ਨ ਹੈਗਾ ਰਾਇਸੀਨਾ ਡਾਇਲੋਗ ਦਾ ਜਿਹੜਾ ਇਨੋਗ੍ਰੇਟ ਕੀਤਾ ਗਿਆ ਰੀਸੈਂਟਲੀ? ਤਾਂ ਆਪਣਾ ਆਨਸਰ ਆ ਜਾਊਗਾ 6th ਐਡੀਸ਼ਨ ਹੈਗਾ ਜਿਹੜਾ ਰਾਇਸੀਨਾ ਡਾਇਲੋਗ ਦਾ ਕੀਤਾ ਗਿਆ। ਰਾਇਸੀਨਾ ਡਾਇਲੋਗ ਦਾ ਮੇਨ ਏਮ ਕੀ ਹੈਗਾ? ਰਾਇਸੀਨਾ ਡਾਇਲੋਗ ਦਾ ਮੇਨ ਏਮ ਇਹ ਹੈਗਾ ਵੀ ਆਪਣਾ ਜਿਹੜਾ ਵਰਲਡ ਦੇ ਵਿੱਚ ਪੀਸ ਆਰਡਰ ਕਿੱਦਾਂ ਬਣਾਇਆ ਜਾ ਸਕਦਾ ਹੁੰਦਾ ਹੈ। ਇਹ ਜਿਹੜਾ ਰਾਇਸੀਨਾ ਡਾਇਲੋਗ ਹੈਗਾ, ਜਿਹੜੀਆਂ ਆਪਣੀਆਂ ਰਾਇਸੀਨਾ ਹਿਲਸ ਹੈਗੀਆਂ ਦਿੱਲੀ ਦੇ ਵਿੱਚ, ਉਹਦੇ ਤੋਂ ਮੋਟੀਵੇਟਡ ਹੋ ਕੇ ਰਾਇਸੀਨਾ ਡਾਇਲੋਗ ਦੱਸਿਆ ਜਾਂਦਾ, ਇੰਡੀਆ ਦੇ ਵਿੱਚ ਕੰਡਕਟ ਹੁੰਦਾ ਹੈ। ਇਹ ਕਿੱਥੋਂ ਮਤਲਬ ਮੋਟੀਵੇਟਡ ਹੋਇਆ ਰਾਇਸੀਨਾ ਡਾਇਲੋਗ? ਤਾਂ ਆਪਣਾ ਆਨਸਰ ਆ ਜਾਊਗਾ ਰਾਇਸੀਨਾ ਹਿਲਸ ਹੈਗੀਆਂ ਇੰਡੀਆ ਦੇ ਵਿੱਚ, ਉਹਦੇ ਰਾਹੀਂ ਮੋਟੀਵੇਟਡ ਹੋਇਆ। ਤਾਂ ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਜਿਹੜਾ 6th ਰਾਇਸੀਨਾ ਡਾਇਲੋਗ ਹੈਗਾ ਉਹਦਾ ਥੀਮ ਕੀ ਸੀਗਾ? ਹੁਣ ਤੁਸੀਂ ਉਹ ਥੀਮ ਨੂੰ ਤੁਸੀਂ ਆਪਣੇ ਕਾਪੀ 'ਤੇ ਪੈਨ ਡਾਊਨ ਕਰ ਲੈਣਾ, ਵਾਇਰਲ ਵਰਲਡ ਆਊਟਬ੍ਰੇਕਸ ਆਊਟਲਾਇਰਸ ਐਂਡ ਦਾ ਆਊਟ ਆਫ ਕੰਟਰੋਲ। ਸੋ ਇਹ ਥੀਮ ਸੀਗਾ ਰਾਇਸੀਨਾ ਡਾਇਲੋਗ ਦਾ, ਜਿਹੜਾ ਕਿ 6th ਐਡੀਸ਼ਨ ਸੀਗਾ ਰਾਇਸੀਨਾ ਡਾਇਲੋਗ ਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹੜਾ ਕਿ ਇੰਡੀਆ ਦੇ ਵਿੱਚ ਕੰਡਕਟ ਕਰਵਾਇਆ ਜਾਂਦਾ ਹੁੰਦਾ। ਕਈ ਵਾਰੀ ਆਪਾਂ ਨੂੰ ਇੱਦਾਂ ਹੀ ਪੁੱਛ ਲਿਆ ਜਾਂਦਾ ਹੁੰਦਾ ਵੀ ਰਾਇਸੀਨਾ ਡਾਇਲੋਗ ਕਿੱਥੇ ਕੰਡਕਟ ਹੁੰਦਾ, ਤਾਂ ਆਪਾਂ ਦਾ ਆਨਸਰ ਆ ਜਾਊਗਾ ਇੰਡੀਆ ਦੇ ਵਿੱਚ ਕੰਡਕਟ ਕਰਵਾਇਆ ਜਾਂਦਾ ਹੁੰਦਾ, ਠੀਕ ਹੈ। ਇੱਕ ਹੋਰ ਇਹਦੇ ਨਾਲ ਮਿਲਦਾ ਜੁਲਦਾ ਹੁੰਦਾ ਸ਼ਾਂਗਰੀਲਾ ਡਾਇਲੋਗ, ਜਿੱਥੋਂ ਇਹ ਬਣਿਆ ਹੈਗਾ, ਜਿੱਥੋਂ ਰਾਇਸੀਨਾ ਡਾਇਲੋਗ ਬਣਿਆ ਉੱਥੋਂ ਉਹ ਕਿਹਦੇ ਤੋਂ ਮੋਟੀਵੇਟਡ ਹੈਗਾ? ਸ਼ਾਂਗਰੀਲਾ ਡਾਇਲੋਗ ਤੋਂ ਮੋਟੀਵੇਟਡ ਹੈਗਾ। ਜਿਹੜਾ ਸ਼ਾਂਗਰੀਲਾ ਡਾਇਲੋਗ ਹੈਗਾ ਉਹ ਕਿੱਥੇ ਹੁੰਦਾ? ਉਹ ਹੁੰਦਾ ਸਿੰਗਾਪੁਰ ਦੇ ਵਿੱਚ, ਠੀਕ ਹੈ। ਸੋ ਤੁਸੀਂ ਇਹ ਵੀ ਪੈਨ ਡਾਊਨ ਕਰ ਲੈਣਾ ਵੀ ਜਿਹੜਾ ਸ਼ਾਂਗਰੀਲਾ ਡਾਇਲੋਗ ਹੈਗਾ ਕਿੱਥੇ ਹੁੰਦਾ? ਉਹ ਹੁੰਦਾ ਆਪਣਾ ਸਿੰਗਾਪੁਰ ਦੇ ਵਿੱਚ, ਠੀਕ ਹੈ। ਸੋ ਉਹਦਾ ਵੀ ਮੇਨ ਏਮ ਆਹੀ ਹੈਗਾ ਵੀ ਵਰਲਡ ਦੇ ਵਿੱਚ ਪੀਸ ਆਰਡਰ ਕਿੱਦਾਂ ਬਣਾਇਆ ਜਾਵੇ, ਠੀਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਨੈਕਸਟ ਕੁਐਸਚਨ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਨੈਕਸਟ ਕੁਐਸਚਨ ਹੈਗਾ, ਸ਼ਜੂਬੀ ਚਿਰੋਬਾ ਫੈਸਟੀਵਲ ਕਿੱਥੇ ਮਨਾਇਆ ਜਾਂਦਾ, ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ ਹੈ? ਤਾਂ ਆਪਣਾ ਆਨਸਰ ਆ ਜਾਊਗਾ ਮਨੀਪੁਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੁੰਦਾ, ਠੀਕ ਹੈ। ਇੱਕ ਆ ਜਾਂਦਾ ਅੰਬੂਚਾ ਮੇਲਾ, ਠੀਕ ਹੈ। ਉਹ ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ? ਉਹ ਅਸਾਮ ਦੇ ਵਿੱਚ ਕੀਤਾ ਜਾਂਦਾ, ਠੀਕ ਹੈ। ਸ਼ਜੂਬਾ ਚਿਰੋਬਾ ਫੈਸਟੀਵਲ ਕਿੱਥੇ ਹੁੰਦਾ? ਮਨੀਪੁਰ ਦੇ ਵਿੱਚ ਹੁੰਦਾ, ਠੀਕ ਹੈ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਫਸਟ ਵੂਮਨ ਡਾਇਰੈਕਟਰ ਜਨਰਲ ਆਫ ਦਾ ਨੈਸ਼ਨਲ ਕਾਊਂਸਲ ਆਫ ਅਪਲਾਈਡ ਇਕੋਨਮਿਕ ਰਿਸਰਚ। ਸੋ NCAR ਦੀ ਜਿਹੜੀ ਪਹਿਲੀ ਵੂਮਨ ਡਾਇਰੈਕਟਰ ਜਨਰਲ ਬਣਾਈ ਗਈ ਹੈ ਪਹਿਲੀ ਵਾਰੀ, ਉਹਨਾਂ ਦਾ ਨਾਮ ਕੀ ਹੈਗਾ? ਪੂਨਮ ਗੁਪਤਾ। ਜਿਹੜੇ ਆਪਣੇ ਚੀਫ ਇਲੈਕਸ਼ਨ ਕਮਿਸ਼ਨ ਲੇਟੈਸਟ ਕੌਣ ਅਪੋਇੰਟ ਕੀਤੇ ਗਏ ਆ? ਤਾਂ ਆਪਣਾ ਆਨਸਰ ਆ ਜਾਊਗਾ ਸੁਸ਼ੀਲ ਚੰਦਰਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਠੀਕ ਹੈ। ਸੋ ਚੀਫ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਆਰਟੀਕਲ ਹੈਗਾ ਇੱਕ ਆਪਣੇ ਸੰਵਿਧਾਨ ਦੇ ਵਿੱਚ,
ਉਹ ਆਰਟੀਕਲ ਨੰਬਰ 324 ਤੇ ਏਜ ਕਿੰਨੀ ਹੋ ਜੂਗੀ 6 ਤੇ 65। ਠੀਕ ਹੈ, ਇਹ ਸਾਰਿਆਂ ਨੂੰ ਲਗਭਗ ਪਤਾ ਹੀ ਹੋਊਗਾ, ਫਿਰ ਵੀ ਆਪਾਂ ਰਿਪੀਟ ਕਰਦੇ ਰਹਿੰਦੇ ਹਾਂ। ਜੋ ਤੁਹਾਨੂੰ ਮੈਂ ਦੱਸਿਆ ਵੀ ਆਪਾਂ ਸਟੈਟਿਕ ਜੀਕੇ ਤੇ ਕਰੰਟ ਦਾ ਆਪਾਂ ਮਿਕਸ ਜਿਹੜਾ ਵੀ ਬਣੂਗਾ ਇਹਨਾਂ ਦੋਨਾਂ ਦਾ ਬਲੈਂਡ ਆਪਾਂ ਕਰਕੇ ਚੱਲਣਾ ਹੈ। ਸੋ ਆਪਾਂ ਇੱਦਾਂ ਨਹੀਂ ਮੂਵ ਕਰਨਾ ਅੱਗੇ। ਠੀਕ ਹੈ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਵਿਚ ਇਨੀਸ਼ੀਏਟਿਵ ਹੈਜ਼ ਬੀਨ ਲਾਂਚ ਇਨ ਆਰਡਰ ਟੂ ਕਨੈਕਟ ਐਕਵਾ ਫਾਰਮਰ ਐਂਡ ਦਾ ਬਾਇਰਸ। ਸੋ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਆਪਣਾ, ਠੀਕ ਹੈ, ਜਿਹੜੀ ਆਪਣੀ ਮਿਨਿਸਟਰੀ ਆਫ ਇੰਡਸਟਰੀਜ਼ ਹੈਗੀ ਹੈ ਉਹਦੇ ਦੁਆਰਾ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ, ਜਿਹਦੇ ਵਿੱਚ ਜਿਹੜੇ ਐਕਵਾ ਫਾਰਮਰਸ ਹੈਗੇ ਆ ਅਤੇ ਬਾਇਰਸ ਹੈਗੇ ਆ, ਐਕਵਾ ਫਾਰਮਰਸ ਦੇ ਜਿਹੜੀਆਂ ਪ੍ਰੋਡਕਟਸ ਹੈਗੇ ਉਹਨਾਂ ਦੇ ਬਾਇਰ ਹੈਗੇ ਆ, ਦੋਨਾਂ ਨੂੰ ਕਨੈਕਟ ਕਰਨ ਵਾਸਤੇ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ। ਉਸ ਇਨੀਸ਼ੀਏਟਿਵ ਦਾ ਨਾਮ ਕੀ ਹੈਗਾ? ਹੁਣ ਇਸ ਤੋਂ ਮਤਲਬ ਕੁਐਸਚਨ ਨੂੰ ਫਰਦਰ ਪ੍ਰੋਸੀਡ ਕਰੀਏ ਆਪਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਐਕਵਾ ਫਾਰਮਿੰਗ ਹੁੰਦੀ ਕੀ ਹੈ। ਐਕਵਾ ਫਾਰਮਿੰਗ ਤੋਂ ਭਾਵ ਹੈਗਾ ਵੀ ਆਪਣੇ ਜਿਹੜੀ ਫਿਸ਼ ਕਲਚਰ ਹੁੰਦਾ, ਜਿੱਥੇ ਆਪਾਂ ਮਤਲਬ ਫਿਸ਼ਿਸ ਨੂੰ ਪਾਲਿਆ ਜਾਂਦਾ, ਪਾਲ ਕੇ ਉਹਨਾਂ ਨੂੰ ਅੱਗੇ ਵੇਚਿਆ ਜਾਂਦਾ ਹੁੰਦਾ, ਜਾਂ ਜਿੰਨੇ ਵੀ ਹੋਰ ਜਿਹੜੇ ਪਲਾਂਟਸ ਹੁੰਦੇ ਆ ਜਿਹੜੇ ਆਪਣੇ ਵਾਟਰ ਦੇ ਵਿੱਚ ਹੁੰਦੇ ਆ, ਜਾਂ ਹੋਰ ਜਿਹੜੇ ਜਾਨਵਰ ਹੁੰਦੇ ਆ ਜਾਂ ਛੋਟੇ ਛੋਟੇ ਫਿਸ਼ਿਸ ਹੁੰਦੀਆਂ ਜਿਹੜੀਆਂ ਵਾਟਰ ਦੇ ਵਿੱਚ ਪਾਲੀਆਂ ਜਾਂਦੀਆਂ ਬਾਅਦ ਦੇ ਵਿੱਚ ਵੇਚੇ ਜਾਂਦੇ ਹੁੰਦੇ ਆ, ਉਹਨਾਂ ਨੂੰ ਐਕਵਾ ਫਾਰਮਿੰਗ ਕਿਹਾ ਜਾਂਦਾ ਹੁੰਦਾ। ਸੋ ਜਿਹੜੇ ਵਾਟਰ ਦੇ ਪ੍ਰੋਡਕਟ ਹੁੰਦੇ ਆ ਜਾਂ ਐਕਵਾ ਫਾਰਮਿੰਗ ਦੇ ਪ੍ਰੋਡਕਟ ਹੁੰਦੇ ਆ, ਇਹਨਾਂ ਨੂੰ ਬਾਇਰਸ ਨਾਲ ਕਿਵੇਂ ਮਿਲਵਾਇਆ ਜਾਵੇ, ਸੋ ਇਹੀ ਢੰਗ ਦੇ ਨਾਲ ਹੁੰਦਾ ਸਾਰਾ ਕੁਛ। ਸੋ ਇਹ ਕਿਹੜਾ ਇਨੀਸ਼ੀਏਟਿਵ ਹੈਗਾ ਜਾਂ ਕਿਹੜਾ ਪੋਰਟਲ ਲਾਂਚ ਕੀਤਾ ਗਿਆ ਇਸ ਚੀਜ਼ ਲਈ? ਤਾਂ ਆਪਣਾ ਆਨਸਰ ਆ ਜਾਊਗਾ ਈ ਸੈਂਟਾ ਪੋਰਟਲ ਲਾਂਚ ਕੀਤਾ ਗਿਆ ਇਸ ਲਈ। ਠੀਕ ਹੈ, ਆਪਣਾ ਨੈਕਸਟ ਕੁਐਸਚਨ ਹੈਗਾ, ਨੈਸ਼ਨਲ ਡਿਜੀਟਲ ਰੈਪੋਜ਼ਿਟਰੀ ਔਨ ਹੈਲਥ ਐਂਡ ਦਾ ਨਿਊਟ੍ਰੀਸ਼ਨ ਹੈਜ਼ ਬੀਨ ਲਾਂਚਡ ਬਾਈ ਨੀਤੀ ਆਯੋਗ ਅੰਡਰ ਵਿਚ ਨੇਮ। ਸੋ ਇੱਕ ਨੈਸ਼ਨਲ ਡਿਜੀਟਲ ਰੈਪੋਜ਼ਿਟਰੀ ਲਾਂਚ ਕੀਤੀ ਗਈ ਹੈ ਨੀਤੀ ਆਯੋਗ ਦੁਆਰਾ। ਇਹਦੇ ਵਿੱਚ ਕੀ ਹੋਊਗਾ ਵੀ ਜਿਹੜੀ ਉਹਦੇ ਵਿੱਚ ਹੈਲਥ ਦੇ ਨਿਊਟ੍ਰੀਸ਼ਨ ਨੂੰ ਲੈ ਕੇ ਜਿਹੜੀ ਵੀ ਇਨਫੋਰਮੇਸ਼ਨ ਹੋਊਗੀ ਉਹ ਪ੍ਰੋਵਾਈਡ ਕੀਤੀ ਜਾਊਗੀ, ਵੀ ਕਿੰਨੇ ਆਪਣੇ ਜਿਹੜੇ ਲੋਕ ਹੈਗੇ ਆ ਮਾਲ ਨਿਊਟ੍ਰੀਸ਼ਨ ਹੈਗੇ ਆ, ਕਿਹਨਾਂ ਨੂੰ ਡਾਈਟ ਦੀ ਲੋੜ ਹੈਗੀ ਆ, ਕਿਹਨਾਂ ਨੂੰ ਨਹੀਂ ਹੈਗੀ, ਜਾਂ ਕਹਿ ਸਕਦੇ ਹਾਂ ਵੀ ਜਿਹੜੀ ਆਪਣੀਆਂ ਸਕੀਮਸ ਚੱਲ ਰਹੀਆਂ ਅੱਡ ਅੱਡ ਉਹਨਾਂ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ, ਉਹਨਾਂ ਦੇ ਵਿੱਚ ਇੰਪਲੀਮੈਂਟੇਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਜਿਵੇਂ ਕਿ ਆਪਣੀ ਮਿਡ ਡੇ ਮੀਲ ਸਕੀਮ ਹੈਗੀ ਹੈ, ਜਾਂ ਹੋਰ ਵੀ ਕਈ ਸਕੀਮਾਂ ਚੱਲ ਰਹੀਆਂ ਜਿਹੜੀ ਨੇ, ਜਿਵੇਂ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਹੈਗਾ, ਉਹ ਪ੍ਰੋਪਰਲੀ ਇੰਪਲੀਮੈਂਟ ਹੋ ਪਾ ਰਿਹਾ ਕਿ ਨਹੀਂ ਹੋ ਪਾ ਰਿਹਾ, ਆਪਣੇ ਕਿੰਨੇ ਲੋਕ ਪ੍ਰੋਪਰਲੀ ਮਾਲ ਨਿਊਟ੍ਰੀਸ਼ਨ ਹੈਗੇ ਆ ਜਾਂ ਨਹੀਂ ਹੈਗੇ ਜਾਂ ਸਹੀ ਹੋ ਰਹੇ ਆ। ਸੋ ਇੱਕ ਤਰ੍ਹਾਂ ਦੀ ਰੈਪੋਜ਼ਿਟਰੀ ਬਣਾਈ ਜਾਊਗੀ, ਜਿਹਦੇ ਵਿੱਚ ਰੈਪੋਜ਼ਿਟਰੀ ਦਾ ਮਤਲਬ ਕੀ ਹੁੰਦਾ, ਇੱਕ ਤਰ੍ਹਾਂ ਦਾ ਖਾਤਾ ਕਹਿ ਸਕਦੇ ਹਾਂ ਆਪਾਂ ਰੈਪੋਜ਼ਿਟਰੀ ਨੂੰ, ਵੀ ਇੱਕ ਤਰ੍ਹਾਂ ਦਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਊਗੀ। ਇਹ ਕਿਹਦੇ ਦੁਆਰਾ ਲਾਂਚ ਕੀਤਾ ਗਿਆ? ਨੀਤੀ ਆਯੋਗ ਦੁਆਰਾ ਲਾਂਚ ਕੀਤਾ ਗਿਆ। ਸੋ ਇਸ ਰੈਪੋਜ਼ਿਟਰੀ ਦਾ ਨਾਮ ਕੀ ਹੈਗਾ? ਸੋ ਇਸ ਰੈਪੋਜ਼ਿਟਰੀ ਦਾ ਨਾਮ ਹੈਗਾ ਪੋਸ਼ਣ ਗਿਆਨ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਪੋਸ਼ਣ ਤਾਂ ਤੁਹਾਨੂੰ ਪਤਾ ਹੀ ਲੱਗ ਰਿਹਾ ਵੀ ਨਿਊਟ੍ਰੀਸ਼ਨ ਨੂੰ ਕਹਿੰਦੇ ਹੁੰਦੇ ਆ ਪੋਸ਼ਣ, ਗਿਆਨ ਦਾ ਮਤਲਬ ਹੋ ਗਿਆ ਇਨਫੋਰਮੇਸ਼ਨ। ਸੋ ਨਿਊਟ੍ਰੀਸ਼ਨ ਬਾਰੇ ਜਿੰਨੀ ਹੀ ਜਾਣਕਾਰੀ ਹੋਊਗੀ ਇਹਦੇ ਵਿੱਚ ਦਿੱਤੀ ਜਾਊਗੀ, ਕਿਹਦੇ ਵਿੱਚ? ਪੋਸ਼ਣ ਗਿਆਨ ਦੇ ਵਿੱਚ, ਜਿਹੜਾ ਨੀਤੀ ਆਯੋਗ ਦੁਆਰਾ ਲਾਂਚ ਕੀਤਾ ਗਿਆ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਈ ਸੈਂਟਾ ਪੋਰਟਲ ਦਾ ਮੇਨ ਏਮ ਕੀ ਹੈਗਾ ਵੀ ਜਿਹੜੇ ਐਕਵਾ ਫਾਰਮਿੰਗ ਦੇ ਪ੍ਰੋਡਕਟਸ ਹੈਗੇ ਆ ਉਹਨਾਂ ਨੂੰ ਬਾਇਰਸ ਤੱਕ ਕਿਵੇਂ ਪਹੁੰਚਾਇਆ ਜਾਵੇ। ਸੋ ਉਸ ਨਾਮ ਦਾ ਕਿਹੜਾ ਪੋਰਟਲ ਹੈਗਾ? ਈ ਸੈਂਟਾ ਪੋਰਟਲ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਨੈਕਸਟ ਹੈਗਾ, ਇੰਡੀਆ ਫਸਟ ਫਲੋਟਿੰਗ ਸਟੋਰੇਜ ਐਂਡ ਦਾ ਰੀਗੈਸੀਫਿਕੇਸ਼ਨ ਯੂਨਿਟ ਹਿਊਗਯਾਂਟ ਹੈਜ਼ ਬੀਨ ਲਾਂਚਡ ਇਨ ਵਿਚ ਸਟੇਟ। ਸੋ ਇੱਕ ਤਰ੍ਹਾਂ ਦੀ ਫਲੋਟਿੰਗ ਸਟੋਰੇਜ ਜਾਂ ਰੀਗੈਸੀਫਿਕੇਸ਼ਨ ਯੂਨਿਟ ਲਾਂਚ ਕੀਤੀ ਗਈ ਹੈ, ਕਿਹੜੀ ਸਟੇਟ ਦੇ ਵਿੱਚ ਲਾਂਚ ਕੀਤੀ ਗਈ ਹੈ? ਫਲੋਟਿੰਗ ਦਾ ਮਤਲਬ ਇਹ ਹੁੰਦਾ ਵੀ ਉਹਨੂੰ ਪਾਣੀ ਦੇ ਵਿੱਚ ਖੜਾਇਆ ਹੋਇਆ ਹੈਗਾ, ਠੀਕ ਹੈ ਜੀ, ਸਟੋਰ ਕੀਤੀ ਜਾਊਗੀ ਇੱਕ ਤਾਂ ਗੈਸ, ਇੱਕ ਰੀਗੈਸੀਫਿਕੇਸ਼ਨ ਹੋਊਗੀ। ਇੱਕ ਕਿਹੜੇ ਸਟੇਟ ਦੇ ਵਿੱਚ ਲਾਂਚ ਕੀਤੀ ਗਈ ਹੈ? ਤਾਂ ਆਪਣਾ ਆਨਸਰ ਆ ਜਾਊਗਾ ਮਹਾਰਾਸ਼ਟਰ ਦੇ ਵਿੱਚ ਲਾਂਚ ਕੀਤੀ ਗਈ ਹੈ। ਠੀਕ ਹੈ ਜੀ। ਸੋ ਮਹਾਰਾਸ਼ਟਰ ਬਾਰੇ ਆਪਾਂ ਆਲਰੇਡੀ ਕਈ ਫੈਕਟ ਪੜ੍ਹ ਚੁੱਕੇ ਹਾਂ। ਤੁਹਾਨੂੰ ਮੈਂ ਇਹਨਾਂ ਦੇ ਜਿਹੜੇ ਟਾਈਗਰ ਰਿਜ਼ਰਵ, ਮੇਜਰ ਟਾਈਗਰ ਰਿਜ਼ਰਵ ਹੈਗੇ ਆ, ਜਿਵੇਂ ਕਿ ਪੰਚ ਟਾਈਗਰ ਰਿਜ਼ਰਵ ਹੈਗਾ, ਸੰਜੇ ਦੁਬਰੀ ਟਾਈਗਰ ਰਿਜ਼ਰਵ ਹੈਗਾ, ਜਾਂ ਕਹਿ ਸਕਦੇ ਹਾਂ ਮੇਲ ਤਬੋਬਰੀ ਹੈਗਾ, ਆਂਧਰਾ ਤਬੋਰੀ ਹੈਗਾ, ਇਹ ਸਾਰੇ ਮੈਂ ਤੁਹਾਨੂੰ ਟਾਈਗਰ ਰਿਜ਼ਰਵ ਪਹਿਲੇ ਲੈਕਚਰ ਦੇ ਵਿੱਚ ਕਰਵਾ ਚੁੱਕਿਆ। ਅਤੇ ਜਿਹੜੀਆਂ ਅਜੰਤਾ ਅਤੇ ਅਲੋਰਾ ਦੀ ਗੁਫਾਵਾਂ ਹੈਗੀਆਂ, ਅਤੇ ਜਿਹੜੀ ਇਹਦੀ ਹਾਈਐਸਟ ਪੀਕ ਹੈਗੀ ਹੈ ਕਲਸੂਬਾਈ ਹਾਈਐਸਟ ਪੀਕ ਹੈਗੀ ਹੈ ਮਹਾਰਾਸ਼ਟਰ ਦੀ। ਸੋ ਇਹ ਕੁਛ ਚੀਜ਼ਾਂ ਹੈਗੀਆਂ ਜੋ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਮਹਾਰਾਸ਼ਟਰ ਬਾਰੇ। ਠੀਕ ਹੈ ਜੀ। ਸੋ ਪਹਿਲਾ ਲੈਕਚਰ ਜਿਹਨੇ ਨਹੀਂ ਵੇਖਿਆ ਜਾ ਕੇ ਜ਼ਰੂਰ ਵੇਖੋ, ਕਿਉਂਕਿ ਉਹਦੇ ਵਿੱਚ ਆਪਾਂ ਇਹ ਸਭ ਚੀਜ਼ਾਂ ਬਹੁਤ ਹੀ ਡਿਟੇਲ ਵੇ ਦੇ ਵਿੱਚ ਕੀਤੀਆਂ। ਕੋਈ ਵੀ ਸਟੇਟ ਆ ਜਾਂਦੀ ਹੈ ਜਾਂ ਕੋਈ ਵੀ ਉਹਦਾ ਮਤਲਬ ਕਿਉਂ ਕੀਤੀ ਜਾਂਦੀ ਹੈ, ਜਾਂ ਸਟੇਟ ਬਾਰੇ ਜਿੰਨੀ ਵੀ ਜਾਣਕਾਰੀ ਮੈਕਸਿਮਮ ਦੇ ਸਕਦੇ ਹਾਂ ਆਪਾਂ ਇਸ ਲੈਕਚਰ ਦੇ ਵਿੱਚ ਆਪਾਂ ਦੇਣ ਦੀ ਕੋਸ਼ਿਸ਼ ਕਰੀਦੀ ਹੁੰਦੀ ਹੈ। ਠੀਕ ਹੈ। ਸੋ ਮਹਾਰਾਸ਼ਟਰ ਦਾ ਹਾਈਐਸਟ ਪੀਕ ਕਿਹੜਾ ਹੈਗਾ? ਕਲਸੂਬਾਈ ਪੀਕ। ਸੋ ਨੈਕਸਟ ਹੈਗਾ, ਹੂ ਹੈਜ਼ ਬੀਨ ਅਵਾਰਡਡ ਦਾ ਸਰ ਰਿਚਰਡ ਹੈਡਲੇ ਮੈਡਲ ਫॉर ਦਾ 4th ਟਾਈਮ ਇਨ ਦਾ 6th ਈਅਰ। ਸੋ ਕੇਨ ਵਿਲਸਨ ਨੂੰ ਇਹ ਅਵਾਰਡ ਦਿੱਤਾ ਜਾਂਦਾ। ਇਹ ਅਵਾਰਡ ਕ੍ਰਿਕਟਰ ਨੂੰ ਦਿੱਤਾ ਜਾਂਦਾ ਹੁੰਦਾ। ਸੋ ਜਿਹੜੇ ਸਰ ਰਿਚਰਡ ਹੈਡਲੇ ਸੀਗੇ, ਇੱਕ ਜਿਹੜੇ ਨਿਊਜ਼ੀਲੈਂਡ ਦੇ ਫਾਰਮਰ ਕ੍ਰਿਕਟਰ ਸੀਗੇ, ਬਹੁਤ ਹੀ ਫੇਮਸ ਕ੍ਰਿਕਟਰ ਸੀਗੇ ਨਿਊਜ਼ੀਲੈਂਡ ਦੇ। ਸੋ ਉਹਨਾਂ ਨੂੰ ਜਿਹੜੇ ਬਹੁਤ ਹੀ ਵਧੀਆ ਪਰਫਾਰਮ ਕਰਦੇ ਕ੍ਰਿਕਟ ਦੇ ਵਿੱਚ, ਉਹਨਾਂ ਨੂੰ ਦਿੱਤਾ ਜਾਂਦਾ। ਸੋ ਕੇਨ ਵਿਲਸਨ ਨੂੰ ਦਿੱਤਾ ਗਿਆ
6 ਸਾਲਾਂ ਦੇ ਵਿੱਚ 4 ਵਾਰੀ ਇਹਨਾਂ ਨੇ ਅਵਾਰਡ ਨੂੰ ਕਲੇਮ ਕੀਤਾ ਹੈ, ਕੇਨ ਵਿਲਸਨ ਨੇ। ਠੀਕ ਹੈ, ਸੋ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਸੋ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ, ਵਿਚ ਮਿਸ਼ਨ ਟੂ ਸਪਰੈਡ ਦ ਮੈਸੇਜ ਆਫ ਦ ਨੀਡ ਆਫ ਫੋਰ ਨਿਊਟ੍ਰੀਸ਼ਨੈਲਿਟੀ ਬੈਲੈਂਸ ਡਾਈਟ। ਸੋ ਬੈਲੈਂਸ ਡਾਈਟ ਨੂੰ ਵਧਾਉਣ ਵਾਸਤੇ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ, ਮਿਸ਼ਨ ਲਾਂਚ ਕੀਤਾ ਗਿਆ। ਸੋ ਉਸ ਮਿਸ਼ਨ ਦਾ ਨਾਮ ਕੀ ਹੈਗਾ? ਸੋ ਉਸ ਮਿਸ਼ਨ ਦਾ ਨਾਮ ਹੈਗਾ ਆਹਾਰ ਕ੍ਰਾਂਤੀ। ਆਹਾਰ ਕ੍ਰਾਂਤੀ। ਸੋ ਪਹਿਲਾਂ ਆਪਾਂ ਪੜ੍ਹ ਕੇ ਆਏ ਸੀਗੇ, ਨੀਤੀ ਆਯੋਗ ਨੇ ਇੱਕ ਡੈਪੋਜ਼ਿਟਰੀ ਲਾਂਚ ਕੀਤੀ ਹੈ ਜਿਹੜੀ ਨਿਊਟ੍ਰੀਸ਼ਨ ਬਾਰੇ ਦੱਸੂਗੀ। ਉਸ ਡੈਪੋਜ਼ਿਟਰੀ ਦਾ ਨਾਮ ਕੀ ਹੈਗਾ? ਪੋਸ਼ਣ ਗਿਆਨ। ਸੋ ਮਿਸ਼ਨ ਦਾ ਨਾਮ ਕੀ ਹੈਗਾ? ਆਹਾਰ ਕ੍ਰਾਂਤੀ, ਜਿਹੜਾ ਕਿ ਨਿਊਟ੍ਰੀਸ਼ਨਲੀ ਬੈਲੈਂਸ ਡਾਈਟ ਨੂੰ ਪ੍ਰਮੋਟ ਕਰਦਾ। ਕਿ ਮਿਸ਼ਨ ਦਾ ਨਾਮ ਹੈਗਾ ਆਹਾਰ ਕ੍ਰਾਂਤੀ। ਵਾਟ ਇਜ਼ ਦਾ ਨੇਮ ਆਫ ਇੰਡੀਆ ਫਸਟ mRNA ਬੇਸਡ COVID-19 ਵੈਕਸੀਨ। ਸੋ ਜਿਹੜੀ RNA ਬੇਸਡ ਵੈਕਸੀਨ ਹੈਗੀ, ਇੱਕ ਤਾਂ ਫਾਈਜ਼ਰ ਹੈਗੀ ਹੈ, ਇੰਡੀਆ ਨੇ ਵੀ RNA ਬੇਸਡ ਇੱਕ ਇੰਡੀਆ ਦੀ ਕੰਪਨੀ ਨੇ RNA ਬੇਸਡ ਇੱਕ ਵੈਕਸੀਨ ਲਾਂਚ ਕੀਤੀ ਹੈਗੀ। ਉਸ ਵੈਕਸੀਨ ਦਾ ਨਾਮ ਕੀ ਹੈਗਾ? HGCO19। ਕੀ ਨਾਮ ਹੈਗਾ mRNA ਬੇਸਡ ਜਿਹੜੀ ਵੈਕਸੀਨ ਹੈਗੀ ਇੰਡੀਆ ਨੇ ਲਾਂਚ ਕੀਤੀ, ਉਸ ਵੈਕਸੀਨ ਦਾ ਨਾਮ ਕੀ ਹੈਗਾ? HGCO19। ਸੋ HG COVID-19 ਸੋ ਵੈਕਸੀਨ ਦਾ ਨਾਮ ਹੈਗਾ। mRNA ਬੇਸ ਸਿਰਫ ਇੱਕ ਫਾਈਜ਼ਰ ਹੀ ਹੈਗੀ ਹੈ ਜਿਹੜੀ ਲਾਂਚ ਕੀਤੀ ਹੈਗੀ ਹੈ ਆਪਣੀ USA ਨੇ। ਸਪੁਟਨਿਕ ਕਿਹਦੀ ਹੈਗੀ ਹੈ? ਉਹ ਹੈਗੀ ਹੈ ਰਸ਼ੀਆ ਦੀ। ਇੰਡੀਆ ਵਿੱਚ ਕਿਹੜੀਆਂ ਯੂਜ਼ ਹੋ ਰਹੀਆਂ? ਕੋਵਿਸ਼ੀਲਡ ਅਤੇ ਕੋਵਾਵੈਕਸਿਨ। ਠੀਕ ਹੈ ਜੀ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਦ ਫਸਟ ਮੀਟਿੰਗ ਆਫ ਦ ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਕਾਊਂਸਲ ਵਾਜ਼ ਸ਼ੇਅਰਡ ਬਾਈ ਹੋਮ। ਸੋ ਫਸਟ ਮੀਟਿੰਗ ਹੋ ਰਹੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਵੀ ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਦੀ ਫਸਟ ਮੀਟਿੰਗ ਹੋ ਰਹੀ ਹੈ, ਫਸਟ ਸੈਸ਼ਨ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਇਹੀ ਕੁਐਸਚਨ ਬਣ ਜੂਗਾ ਵੀ ਕਿਹੜਾ ਸੈਸ਼ਨ ਹੁਣੇ ਹੋਇਆ ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਕਾਊਂਸਲ ਦਾ? ਤਾਂ ਆਪਣਾ ਆਨਸਰ ਆ ਜਾਊਗਾ ਫਸਟ ਸੈਸ਼ਨ ਹੋਇਆ। ਸੋ ਫਸਟ ਸੈਸ਼ਨ ਨੂੰ ਹੈਡ ਕਿਹਨੇ ਕੀਤਾ? ਕਈ ਵਾਰੀ ਆਪਾਂ ਸੋਚ ਲੈਂਦੇ ਹਾਂ ਵੀ ਇਹਨੂੰ ਆਪਣੇ ਪ੍ਰਾਈਮ ਮਿਨਿਸਟਰ ਨੇ ਜਾਂ ਪ੍ਰੈਜ਼ੀਡੈਂਟ ਨੇ ਹੈਡ ਕੀਤਾ ਹੋਊਗਾ। ਸੋ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨੇ ਨਹੀਂ ਹੈਡ ਕੀਤਾ, ਇਹਨੂੰ ਪਿਊਸ਼ ਗੋਇਲ ਨੇ ਹੈਡ ਕੀਤਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਪਿਊਸ਼ ਗੋਇਲ ਹੈਗੇ ਆਪਣੇ ਮਿਨਿਸਟਰੀ ਆਫ ਰੇਲਵੇਜ਼ ਨੂੰ ਹੈਡ ਕਰਦੇ ਪਿਊਸ਼ ਗੋਇਲ। ਸੋ ਪਹਿਲਾਂ ਤਾਂ ਆਪਣਾ ਕੁਐਸਚਨ ਇਹੀ ਬਣਦਾ ਵੀ ਫਸਟ ਮੀਟਿੰਗ ਸੀਗੀ ਆਪਣੀ ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਕਾਊਂਸਲ ਦੀ। ਠੀਕ ਹੈ, ਸੋ ਇਹਨੂੰ ਹੈਡ ਕੌਣ ਕਰਦਾ? ਪਿਊਸ਼ ਗੋਇਲ ਹੈਡ ਕਰ ਰਹੇ ਆ। ਠੀਕ ਹੈ, ਫਸਟ ਮੀਟਿੰਗ ਨੂੰ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈਗਾ, ਵਿਚ ਕੰਟਰੀ ਵਿਲ ਹੋਸਟ ਦਾ ਵਰਲਡ ਟੇਬਲ ਟੈਨਿਸ ਚੈਂਪੀਅਨਸ਼ਿਪ 2021। ਸੋ ਵਰਲਡ ਟੇਬਲ ਟੈਨਿਸ ਚੈਂਪੀਅਨਸ਼ਿਪ 2021 ਨੂੰ ਕੌਣ ਹੈਡ ਕਰੂਗਾ? ਤਾਂ ਆਪਣਾ ਆਨਸਰ ਆ ਜਾਊਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਹਨੂੰ ਹੈਡ ਕਰਨਗੇ ਜਾਂ ਹੋਸਟ ਕਰਨਗੇ, ਸੌਰੀ। ਸੋ ਵਰਲਡ ਟੇਬਲ ਟੈਨਿਸ ਚੈਂਪੀਅਨਸ਼ਿਪ ਨੂੰ ਕੌਣ ਹੋਸਟ ਕਰੂਗਾ? ਯੂਨਾਈਟਿਡ ਸਟੇਟਸ ਆਫ ਅਮਰੀਕਾ, ਜਿਹੜੀ ਕਿ 2021 ਦੇ ਵਿੱਚ ਨਵੰਬਰ ਦੇ ਵਿੱਚ ਰੱਖੀ ਗਈ ਹੈਗੀ ਹੈ। ਹੁਣ ਨਵੰਬਰ ਦੇ ਵਿੱਚ ਹੋਊਗੀ ਆਪਣੀ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਇੰਟਰਨੈਸ਼ਨਲ ਸ਼ੂਟਿੰਗ ਫੈਡਰੇਸ਼ਨ ਇੰਟਰਨੈਸ਼ਨਲ ਸ਼ੂਟਿੰਗ ਦਾ ਕੰਪੀਟੀਸ਼ਨ ਹੋਇਆ ਸੀਗਾ, ਉਹਦੇ ਵਿੱਚ ਇੰਡੀਆ ਨੇ ਟੌਪ ਕੀਤਾ ਅਤੇ ਇੰਡੀਆ ਦੇ ਵਿੱਚ ਹੀ ਹੋਸਟ ਕੀਤਾ ਗਿਆ ਸੀ। ਠੀਕ ਹੈ ਜੀ। ਸੋ ਹੋਰ ਤੁਹਾਨੂੰ ਮੈਂ ਕੀ ਦੱਸਿਆ ਸੀਗਾ ਵੀ ਜਿਹੜਾ ਆਪਣਾ ਫੀਫਾ ਦਾ ਵੂਮੈਨਸ ਵਰਲਡ ਕੱਪ ਹੈਗਾ 2023 ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਕੰਡਕਟ ਕਰਵਾਇਆ ਜਾਊਗਾ। ਅਤੇ ਜਿਹੜਾ ਆਪਣਾ ਫੀਫਾ ਦਾ ਮੈਨ ਵਰਲਡ ਕੱਪ ਹੈਗਾ ਉਹ ਕਿੱਥੇ ਕੰਡਕਟ ਕਰਵਾਇਆ ਜਾਊਗਾ? ਆਪਣਾ ਦੋਹਾ ਦੇ ਵਿੱਚ, ਕਤਰ ਦੇ ਵਿੱਚ ਕੰਡਕਟ ਕਰਵਾਇਆ ਜਾਊਗਾ। ਠੀਕ ਹੈ, ਕਤਰ ਦੇ ਵਿੱਚ, ਜਿਹੜੀ ਕਿ ਕੈਪੀਟਲ ਹੈਗੀ ਹੈ, ਕਤਰ ਦੀ ਕੈਪੀਟਲ ਕੀ ਹੈਗੀ ਹੈ? ਦੋਹਾ। ਸੋ ਕਤਰ ਦੇ ਵਿੱਚ ਕੰਡਕਟ ਕਰਵਾਇਆ ਜਾਊਗਾ ਆਪਣਾ ਫੀਫਾ ਵਰਲਡ ਕੱਪ 2000 ਜਿਹੜਾ ਆਪਣਾ ਹੁਣ ਲੇਟੈਸਟ ਆਉਣ ਵਾਲਾ ਹੈ। ਠੀਕ ਹੈ ਜੀ, ਇਹ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ, ਹੂ ਹੈਜ਼ ਬੀਨ ਨੇਮਡ ਐਜ਼ ਦਾ ਵਿਜ਼ਡਨ ਲੀਡਿੰਗ ਕ੍ਰਿਕਟਰ ਇਨ ਦਾ ਵਰਲਡ। ਸੋ ਵਿਜ਼ਡਨ ਲੀਡਿੰਗ ਕ੍ਰਿਕਟਰ ਜਿਹੜਾ ਆਪਣਾ ਹੈਗਾ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਕੌਣ ਆਇਆ? ਬੈਨ ਸਟੋਕਸ। ਸੋ ਜਿਹੜਾ ਆਪਣਾ ਹੈਡਨ ਵਾਲਾ ਅਵਾਰਡ ਕਿਹਨੂੰ ਮਿਲਿਆ ਹੈਗਾ? ਉਹ ਆਪਣਾ ਕੇਨ ਵਿਲਸਨ ਨੂੰ ਮਿਲਿਆ ਹੈਗਾ। ਠੀਕ ਹੈ, ਸੋ ਛੋਟੀਆਂ ਛੋਟੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਤੁਹਾਨੂੰ ਐਗਜ਼ਾਮ ਦੇ ਵਿੱਚ ਕਾਫੀ ਕੰਮ ਆਉਣਗੀਆਂ। ਨੈਕਸਟ ਹੈਗਾ, ਉਮਨ ਗੋਟ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਇਜ਼ ਇਨ ਵਿਚ ਸਟੇਟ। ਸੋ ਮੇਘਾਲਿਆ ਦੇ ਵਿੱਚ ਹੈਗਾ ਉਮਨ ਗੋਟ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ। ਬਹੁਤ ਹੀ ਇੰਪੋਰਟੈਂਟ ਹੈਗਾ, ਲੇਟੈਸਟ ਹੁਣੇ ਨਿਊਜ਼ ਦੇ ਵਿੱਚ ਚੱਲ ਰਿਹਾ ਸੀਗਾ। ਸੋ ਤਾਂ ਕਰਕੇ ਤੁਹਾਨੂੰ ਇਹ ਪੁੱਛਿਆ ਹੈਗਾ, ਉਮਨ ਗੋਟ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਕਿੱਥੇ ਹੈਗਾ? ਮੇਘਾਲਿਆ ਦੇ ਵਿੱਚ ਹੈਗਾ। ਠੀਕ ਹੈ, ਸੋ ਇਹ ਤੁਸੀਂ ਯਾਦ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਮੇਘਾਲਿਆ ਦੀ ਕੈਪੀਟਲ ਕੀ ਹੈਗੀ ਹੈ? ਸ਼ਿਲੋਂਗ ਹੈਗੀ ਹੈ। ਠੀਕ ਹੈ, ਮੇਘਾਲਿਆ ਦੇ ਵਿੱਚ 3 ਇੰਪੋਰਟੈਂਟ ਹਿਲਸ ਹੈਗੀਆਂ, ਗਾਰੋ, ਖਾਸੀ ਅਤੇ ਜੈਂਤੀਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਠੀਕ ਹੈ, ਮੇਘਾਲਿਆ ਦੇ ਵਿੱਚ ਇੱਕ ਬਾਇਓਸਫੀਅਰ ਰਿਜ਼ਰਵ ਹੈਗਾ, ਉਹਦਾ ਕੀ ਨਾਮ ਹੈਗਾ? ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ। ਹੁਣ ਇਸੇ ਤਰ੍ਹਾਂ ਆਪਾਂ ਜਿਹੜੀ ਸਟੈਟਿਕ ਜੀਕੇ ਨੂੰ ਵੀ ਕਵਰ ਕਰ ਰਹੇ ਹਾਂ। ਮੇਘਾਲਿਆ ਬਾਰੇ ਆਪਾਂ ਕਿੰਨੇ ਸਾਰੇ ਫੈਕਟਸ ਪੜ੍ਹ ਲਏ ਹੈਗੇ ਆ, ਮਹਾਰਾਸ਼ਟਰ ਬਾਰੇ ਤੁਹਾਨੂੰ ਕਿੰਨੇ ਸਾਰੇ ਫੈਕਟਸ ਦੱਸੇ ਹੈਗੇ ਆ। ਸੋ ਇਸੇ ਤਰ੍ਹਾਂ ਜਦੋਂ ਆਪਾਂ ਕਰੰਟ ਜੀਕੇ ਪੜ੍ਹਦੇ ਹਾਂ, ਆਪਾਂ ਉਹਨੂੰ ਸਟੈਟਿਕ ਦੇ ਨਾਲ ਜਦੋਂ ਬਲੈਂਡ ਕਰਕੇ ਪੜ੍ਹਾਂਗੇ, ਆਪਾਂ ਨੂੰ ਈਜ਼ੀਲੀ ਚੀਜ਼ਾਂ ਯਾਦ ਹੋ ਜਾਣਗੀਆਂ। ਠੀਕ ਹੈ, ਸੋ ਆਪਾਂ ਕੋਸ਼ਿਸ਼ ਕਰਾਂਗੇ ਮੈਕਸਿਮਮ ਕਰੀਏ। ਉਮਨ ਗੋਟ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਕਿੱਥੇ ਹੈਗਾ? ਮੇਘਾਲਿਆ ਦੇ ਵਿੱਚ ਹੈਗਾ।
ਵਿਜ਼ਟਨ ਲੀਡਿੰਗ ਕ੍ਰਿਕਟਰ ਇੰਡੈਕਸ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਹੈਗਾ, ਤਾਂ ਆਪਣਾ ਆਨਸਰ ਆ ਜਾਊਗਾ ਬੈਨ ਸਟੋਕਸ। ਠੀਕ ਹੈ ਜੀ। ਸੋ ਇੱਕ ਤੁਹਾਨੂੰ ਮੈਂ ਕੱਲ੍ਹ ਦੱਸਿਆ ਸੀਗਾ ਵੀ ਜਿਹੜੀ ਆਪਣਾ ਸਾਇੰਟੀਫਿਕ ਜਾਂ ਸਾਇੰਸ ਬੇਸਡ ਸਟਾਰਟਅਪ ਨੂੰ ਵਧਾਉਣ ਵਾਸਤੇ ਇੱਕ ਨੀਤੀ ਆਯੋਗ ਨੇ ਪਲਾਨ ਲਾਂਚ ਕੀਤਾ। ਉਸ ਪਲਾਨ ਦਾ ਨਾਮ ਕੀ ਹੈਗਾ, ਏਮ ਪ੍ਰਾਈਮ। ਕਿਉਂਕਿ ਇਹ ਤੁਹਾਨੂੰ ਕਿਉਂ ਦੱਸ ਰਿਹਾ ਮੈਂ ਵਾਰ-ਵਾਰ, ਕਿਉਂਕਿ ਇਹ ਐਗਜ਼ਾਮ ਪੁਆਇੰਟ ਆਫ ਵਿਊ ਲਈ ਜ਼ਰੂਰੀ ਹੈਗਾ। ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ ਇਸ ਟਾਈਮ। ਨੈਕਸਟ ਹੈਗਾ ਯਦਾਰੀ ਥਰਮਲ ਪਾਵਰ ਪ੍ਰੋਜੈਕਟ ਕਿਹੜੀ ਸਟੇਟ ਦੇ ਵਿੱਚ ਹੈਗਾ, ਤਾਂ ਆਪਣਾ ਆਨਸਰ ਆ ਜਾਊ ਤੇਲੰਗਾਨਾ। ਤੇਲੰਗਾਨਾ ਦੀ ਕੈਪੀਟਲ ਕੀ ਹੈਗੀ ਆ, ਹੈਦਰਾਬਾਦ। ਠੀਕ ਹੈ ਜੀ। ਸੋ ਤੇਲੰਗਾਨਾ ਦੇ ਵਿੱਚ ਜਿਹੜੇ ਮੇਜਰ ਆਪਣੇ ਟਾਈਗਰ ਰਿਜ਼ਰਵ ਹੈਗੇ ਆ ਜਾਂ ਆਪਣੇ ਕੀ ਨਾਮ ਕਹਿ ਸਕਦੇ ਨੈਸ਼ਨਲ ਪਾਰਕ ਹੈਗੇ, ਆਪਾਂ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਸੋ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਇਹਦਾ ਨੈਸ਼ਨਲ ਪਾਰਕ ਹੈਗਾ ਤੇਲੰਗਾਨਾ ਦੇ ਵਿੱਚ ਹੈਗਾ ਕਾਸੂ ਬ੍ਰਹਮਾਨੰਦ ਰੈਡੀ ਨੈਸ਼ਨਲ ਪਾਰਕ। ਨੈਕਸਟ ਹੈਗਾ ਮਹਾਵੀਰਾ ਹਿਰਾਨਾ ਵਸਥਾਲੀ ਨੈਸ਼ਨਲ ਪਾਰਕ। ਨੈਕਸਟ ਹੈਗਾ ਪੰਚ ਨੈਸ਼ਨਲ ਪਾਰਕ। ਉਸ ਤੋਂ ਬਾਅਦ ਹੈਗਾ ਟਡੋਬਾ ਨੈਸ਼ਨਲ ਪਾਰਕ। ਸੋ ਇਹ ਸਾਰੇ ਤੁਸੀਂ ਯਾਦ ਰੱਖਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੇ ਆ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਇੰਡੀਆ ਐਂਡ ਵਿਚ ਕੰਟਰੀ ਹੈਵ ਸਾਈਨਡ ਐਨ ਐਗਰੀਮੈਂਟ ਫॉर द ਕਾਰਪੋਰੇਸ਼ਨ ਇਨ ਇੰਡੀਆ ਸਪੇਸ ਮਿਸ਼ਨ ਗਗਨਯਾਨ। ਸੋ ਗਗਨਯਾਨ ਇੱਕ ਮੈਨ ਬੇਸਡ ਮਿਸ਼ਨ ਹੈਗਾ। ਮੈਨ ਬੇਸਡ ਦਾ ਮਤਲਬ ਕੀ ਹੋਊਗਾ, ਇੱਕ ਪ੍ਰੋਪਰਲੀ ਮਤਲਬ ਆਪਣੇ ਜਿਹੜੇ ਐਸਟਰੋਨੈਟਸ ਭੇਜੇ ਜਾਣਗੇ ਉੱਥੇ। ਇੰਡੀਆ ਨੇ ਇੱਕ ਵੀ ਮਿਸ਼ਨ 'ਤੇ ਆਪਣੇ ਬੰਦੇ ਨਹੀਂ ਭੇਜੇ। ਗਗਨਯਾਨ ਦਾ ਏਮ ਇਹੀ ਹੈਗਾ ਵੀ ਆਪਾਂ ਬੰਦੇ ਭੇਜਣੇ ਆ ਚੰਨ 'ਤੇ। ਸੋ ਸਿੰਪਲ ਜੀ ਭਾਸ਼ਾ ਦੇ ਵਿੱਚ ਕਿਹਾ ਜਾਵੇ, ਸੋ ਗਗਨਯਾਨ ਦਾ ਜਿਹੜਾ ਗਗਨਯਾਨ ਨੂੰ ਮਤਲਬ ਅੱਗੇ ਫਲਰਿਸ਼ ਕਰਾਉਣ ਵਾਸਤੇ ਜਾਂ ਕਹਿ ਸਕਦੇ ਵਧਾਉਣ ਵਾਸਤੇ ਕਿਹਦੇ ਨਾਲ ਕੋਲੈਬੋਰੇਸ਼ਨ ਕੀਤੀ ਗਈ ਹੈ, ਤਾਂ ਆਪਣਾ ਆਨਸਰ ਆ ਜਾਊਗਾ ਫਰਾਂਸ ਦੇ ਨਾਲ ਕੋਲੈਬੋਰੇਟ ਕੀਤਾ ਇੰਡੀਆ ਨੇ। ਬਹੁਤ ਹੀ ਇੰਪੋਰਟੈਂਟ ਹੈਗਾ, ਕਿਹਦੇ ਨਾਲ ਕੋਲੈਬੋਰੇਟ ਕੀਤਾ, ਫਰਾਂਸ ਦੇ ਨਾਲ ਕੋਲੈਬੋਰੇਟ ਕੀਤਾ ਇੰਡੀਆ ਨੇ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈਗਾ ਆਪਣਾ, ਸੋ ਨੈਕਸਟ ਹੈਗਾ ਇੰਡੀਆ ਹੈਜ਼ ਡਿਸਾਈਡਡ ਟੂ ਡਿਵੈਲਪ ਦਿਸ ਸਿਟੀ ਐਜ਼ ਏ ਕੰਟੇਨਰ ਹਬ। ਸੋ ਕੰਟੇਨਰਸ ਦੀ ਇਨਹਾਂਸਮੈਂਟ ਕਰਨ ਵਾਸਤੇ, ਕੰਟੇਨਰਸ ਕੀ ਹੁੰਦੇ ਆ, ਜਿਹੜੀ ਆਪਣੇ ਸ਼ਿਪਸ ਵਗੈਰਾ ਸ਼ਿਪ ਵਾਲੇ ਕੰਟੇਨਰ ਨੂੰ ਵਧਾਉਣ ਵਾਸਤੇ, ਉਹਦੀ ਕਪੈਸਿਟੀ ਬਿਲਡਿੰਗ ਕਰਨ ਵਾਸਤੇ ਇੱਕ ਪ੍ਰੋਪਰ ਸਿਟੀ ਬਣਾਈ ਜਾਊਗੀ, ਕੰਟੇਨਰ ਹਬ ਬਣਾਇਆ ਜਾਊਗਾ। ਉਹ ਕਿੱਥੇ ਬਣਾਇਆ ਜਾਊਗਾ, ਉਹਦਾ ਆਨਸਰ ਹੈਗਾ ਭੋਗ ਨਗਰ ਦੇ ਵਿੱਚ। ਠੀਕ ਹੈ। ਸੋ ਨੈਕਸਟ ਹੈਗਾ ਆਪਣਾ ਫਸਟ ਇੰਡੀਅਨ ਵੂਮਨ ਟੂ ਵਿਨ 2 ਕੌਨਜ਼ੀਕਿਊਟਿਵ ਗੋਲਡ ਮੈਡਲਸ ਇਨ ਦਾ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ। ਸੋ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਇੰਡੀਆ ਦੀ ਫਸਟ ਵੂਮਨ ਹੈਗੀ ਹੈ ਜਿਹਨੇ 2 ਲਗਾਤਾਰ ਗੋਲਡ ਮੈਡਲ ਜਿੱਤੇ। ਉਹਦਾ ਨਾਮ ਕੀ ਹੈਗਾ, ਸਰਿਤਾ ਮੋਰ। ਸਰਿਤਾ ਮੋਰ ਦੁਆਰਾ 2 ਲਗਾਤਾਰ ਗੋਲਡ ਮੈਡਲ ਜਿੱਤੇ ਗਏ ਹੈਗੇ ਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸਰਿਤਾ ਮੋਰ ਦੁਆਰਾ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ 2 ਲਗਾਤਾਰ ਗੋਲਡ ਮੈਡਲ ਜਿੱਤੇ ਗਏ ਆ। ਇੰਡੀਆ ਦੇ ਵਿੱਚ ਪਹਿਲਾ ਕੰਟੇਨਰ ਹਬ ਕਿੱਥੇ ਬਣੂਗਾ, ਉਹ ਆਪਣਾ ਆਨਸਰ ਆ ਜਾਊਗਾ ਭਾਵਨਗਰ ਦੇ ਵਿੱਚ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਇਹ ਸਾਰੀਆਂ ਗੱਲਾਂ ਤੁਸੀਂ ਪੈਨ ਡਾਊਨ ਕਰ ਲੈਣੀਆਂ ਜੋ ਮੈਂ ਤੁਹਾਨੂੰ ਐਕਸਟਰਾ ਦੱਸੀ ਜਾਂਦਾ। ਸੋ ਜਿੰਨੇ ਵੀ ਆਪਾਂ ਕਰੰਟ ਅਫੇਅਰ ਕਰ ਰਹੇ ਹਾਂ ਸਾਰਿਆਂ ਨੂੰ ਹੀ ਪੈਨ ਡਾਊਨ ਕਰਨ ਦੀ ਕੋਸ਼ਿਸ਼ ਕਰੋ। ਇਸ ਢੰਗ ਦੇ ਨਾਲ ਤੁਸੀਂ ਜਲਦੀ ਯਾਦ ਕਰ ਸਕੋਗੇ। ਠੀਕ ਹੈ ਜੀ। ਸੋ ਭਾਵੇਂ ਇਹਦੀ ਸਪੀਡ ਘਟਾ ਸਕਦੇ ਹੋ, ਵਧਾ ਸਕਦੇ ਹੋ, ਤੁਹਾਨੂੰ ਪਤਾ ਹੀ ਹੈਗਾ YouTube ਦੇ ਵਿੱਚ ਫੰਕਸ਼ਨ ਹੈਗਾ। ਅਗਰ ਕਿਸੇ ਨੇ ਸਿਰਫ ਸੁਣਨੇ ਹੈਗਾ ਤਾਂ 2x ਸਪੀਡ 'ਤੇ ਸੁਣ ਸਕਦੇ ਹੋ। ਅਗਰ ਤੁਸੀਂ ਕਿਸੇ ਨੋਟ ਡਾਊਨ ਵੀ ਕਰਨੇ ਆ ਤਾਂ 1x ਸਪੀਡ 'ਤੇ ਸੁਣ ਸਕਦਾ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਬਲੀਵ ਇਜ਼ ਦਾ ਆਟੋਗ੍ਰਾਫੀ ਆਫ ਵਿਚ ਕ੍ਰਿਕਟਰ। ਸੋ ਇਹ ਆਟੋਗ੍ਰਾਫੀ ਪੁੱਛ ਲਿਆ ਜਾਂਦੀਆਂ ਹੁੰਦੀਆਂ ਕ੍ਰਿਕਟਰਸ ਦੀਆਂ। ਸੋ ਬਲੀਵ ਕਿਹਦੀ ਆਟੋਗ੍ਰਾਫੀ ਹੈਗੀ ਹੈ, ਸੁਰੇਸ਼ ਰੈਨਾ ਦੀ ਆਟੋਗ੍ਰਾਫੀ ਹੈਗੀ ਹੈ। ਬਹੁਤ ਸਾਰੀਆਂ ਆਟੋਗ੍ਰਾਫੀਆਂ ਪਿਛਲੇ ਸਾਲ ਟਰੈਂਡਿੰਗ ਸੀਗੀਆਂ, ਜਿਵੇਂ ਸ਼ਾਹਿਦ ਅਫਰੀਦੀ ਦੀ ਆਟੋਗ੍ਰਾਫੀ ਸੀਗੀ, ਸ਼ੇਨ ਵਾਟਸਨ ਦੀ ਸੀਗੀ, ਜਿਹੜਾ ਆਪਣਾ ਗਲੇਨ ਮੈਗਰਾਥ ਦੀ ਸੀ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਆਟੋਗ੍ਰਾਫੀਆਂ ਸੀਗੀਆਂ ਜੋ ਆਪਣੇ ਲਈ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪਿਛਲੇ ਸਾਲਾਂ ਦੇ ਵਿੱਚ ਐਗਜ਼ਾਮ ਦੇ ਵਿੱਚ ਆਉਂਦੀਆਂ ਰਹੀਆਂ। ਸੋ ਬਲੀਵ ਇਜ਼ ਦਾ ਆਟੋਗ੍ਰਾਫੀ ਆਫ ਸੁਰੇਸ਼ ਰੈਨਾ। ਠੀਕ ਹੈ। ਸੋ ਵਿਚ ਆਫ ਦਾ ਫੋਲੋਇੰਗ ਕੰਟਰੀ ਕੰਡਕਟਿੰਗ ਅ ਮਿਲਟਰੀ ਐਕਸਰਸਾਈਜ਼ ਖੰਜਰ। ਸੋ ਖੰਜਰ ਇੰਡੀਆ ਅਤੇ ਕਿਰਗਿਸਤਾਨ ਦੀ ਐਕਸਰਸਾਈਜ਼ ਹੈਗੀ ਹੈ। ਇੰਡੀਆ ਅਤੇ ਕਿਰਗਿਸਤਾਨ ਦੀ ਐਕਸਰਸਾਈਜ਼ ਕਿਹੜੀ ਹੈਗੀ ਹੈ, ਖੰਜਰ। ਬਹੁਤ ਹੀ ਇੰਪੋਰਟੈਂਟ ਹੈਗਾ। ਇੱਥੇ ਮੈਂ ਇੰਡੋ ਕਿਰਗਿਸਤਾਨ ਲਿਖਣਾ ਸੀਗਾ, ਸਿਰਫ ਕਿਰਗਿਸਤਾਨ ਲਿਖਿਆ ਗਿਆ। ਸੋ ਇਸ ਚੀਜ਼ ਨੂੰ ਤੁਸੀਂ ਥੋੜ੍ਹਾ ਜਿਹਾ ਕਰੈਕਟ ਕਰ ਲੈਣਾ। ਇੰਡੋ ਕਿਰਗਿਸਤਾਨ ਐਕਸਰਸਾਈਜ਼ ਹੈਗੀ, ਬਹੁਤ ਹੀ ਇੰਪੋਰਟੈਂਟ ਹੈਗੀ ਹੈ। ਸੋ ਤੁਸੀਂ ਇਹਨੂੰ ਪੈਨ ਡਾਊਨ ਵੀ ਕਰ ਸਕਦੇ ਹੋ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ। ਠੀਕ ਹੈ ਜੀ। ਅਤੇ ਆਪਣਾ ਨੈਕਸਟ ਕੁਐਸਚਨ ਬਣਦਾ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਵਿਚ ਕੰਟਰੀ ਹੈਜ਼ ਲਾਂਚ ਇਟਸ ਫਸਟ ਐਵਰ ਮੈਗਾ ਫੂਡ ਪਾਰਕ ਪ੍ਰੋਜੈਕਟ ਇਨ ਇੰਡੀਆ। ਸੋ ਤੁਹਾਨੂੰ ਪਤਾ ਹੀ ਹੈਗਾ ਫੂਡ ਪਾਰਕ ਨੂੰ ਪ੍ਰਮੋਟ ਕਰਨ ਵਾਸਤੇ ਆਪਣੀ ਜਿਹੜੀ ਇੰਡੀਅਨ ਗੌਰਮੈਂਟ ਹੈਗੀ ਹੈ ਬਹੁਤ ਹੀ ਜ਼ਿਆਦਾ ਜਿਹੜੇ ਆਪਣੇ ਅਗਰੈਸਿਵ ਮੈਥਡਸ ਯੂਜ਼ ਕਰ ਰਹੀ ਹੈ, ਜਾਂ ਕਹਿ ਸਕਦੇ ਹਾਂ ਅਗਰੈਸਿਵਲੀ ਇਸ ਪੋਲਿਸੀ ਨੂੰ ਫੋਲੋ ਕਰ ਰਹੀ ਹੈ। ਸੋ ਮੈਗਾ ਫੂਡ ਪਾਰਕ ਇਟਲੀ ਲਾਂਚ ਕਰ ਰਹੀ ਇੰਡੀਆ ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਹੈਗਾ। ਫਸਟ ਐਵਰ ਮੈਗਾ ਪਾਰਕ, ਪਹਿਲੀ ਵਾਰੀ ਕੋਈ ਬਾਹਰਲੀ ਕੰਟਰੀ ਆ ਕੇ ਇੰਡੀਆ ਦੇ ਵਿੱਚ ਮੈਗਾ ਪਾਰਕ ਲਾ ਰਹੀ ਹੈ ਫੂਡ ਦੇ ਲਈ। ਸੋ ਕਿਹੜੀ ਕੰਟਰੀ ਲਾ ਰਹੀ ਹੈ, ਇਟਲੀ ਲਾ ਰਹੀ ਹੈ। ਸੋ ਬਹੁਤ ਹੀ ਇੰਪੋਰਟੈਂਟ ਬਣ ਜਾਂਦਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਤੁਸੀਂ ਇਹਨੂੰ ਯਾਦ ਰੱਖਣਾ। ਵਿਚ ਮਿਨਿਸਟਰੀ ਰਿਸੈਂਟਲੀ ਆਰਗੇਨਾਈਜ਼ ਦਾ ਜੈਂਡਰ ਸੰਵਾਦ ਈਵੈਂਟ।
ਸੋ ਕਿਹੜੀ ਮਿਨਿਸਟਰੀ ਨੇ ਜੈਂਡਰ ਸੰਵਾਦ ਈਵੈਂਟ ਲਾਂਚ ਕੀਤਾ ਰਿਸੈਂਟਲੀ। ਜੈਂਡਰ ਸੰਵਾਦ ਈਵੈਂਟ ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੀ ਆਪਣਾ ਇਨਇਕੁਐਲਿਟੀ ਹੈਗੀ ਹੈ ਮੈਨਸ ਅਤੇ ਵੂਮੈਨਸ ਦੇ ਵਿੱਚ, ਉਹਨੂੰ ਕਿਸ ਤਰ੍ਹਾਂ ਢੰਗ ਦੇ ਨਾਲ ਡਿਕਰੀਜ਼ ਕੀਤਾ ਜਾਵੇ। ਸੋ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਨੇ ਇਨੀਸ਼ੀਏਟਿਵ ਲਾਂਚ ਕੀਤਾ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ? ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਨੇ ਇਹ ਵਾਲਾ ਇਨੀਸ਼ੀਏਟਿਵ ਲਾਂਚ ਕੀਤਾ। ਕਿਹੜਾ ਇਨੀਸ਼ੀਏਟਿਵ? ਸੰਵਾਦ ਈਵੈਂਟ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਨੈਕਸਟ ਹੈਗਾ ਨਨਤਾਜ ਨਿਊਕਲੀਅਰ ਪਾਵਰ ਪਲਾਂਟ ਇਜ਼ ਰਿਸੈਂਟਲੀ ਲੋਕੇਟਿਡ ਇਨ ਵਿਚ ਕੰਟਰੀ। ਸੋ ਨਨਤਾਜ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਹੈ ਨਿਊਜ਼ ਦੇ ਵਿੱਚ ਸੀਗਾ ਰਿਸੈਂਟਲੀ। ਸੋ ਕਿਹੜੀ ਕੰਟਰੀ ਦੇ ਵਿੱਚ ਹੈ? ਤਾਂ ਆਪਣਾ ਆਨਸਰ ਆ ਜਾਊਗਾ ਈਰਾਨ ਦੇ ਵਿੱਚ ਹੈ। ਬਹੁਤ ਹੀ ਇੰਪੋਰਟੈਂਟ ਹੈਗਾ, ਰਿਸੈਂਟਲੀ ਨਿਊਜ਼ ਦੇ ਵਿੱਚ ਸੀਗਾ। ਨਨਤਾਜ ਨਿਊਕਲੀਅਰ ਪਾਵਰ ਪਲਾਂਟ ਕਿਹੜੀ ਕੰਟਰੀ ਦੇ ਵਿੱਚ ਹੈਗਾ? ਈਰਾਨ ਦੇ ਵਿੱਚ ਹੈਗਾ। ਪੰਜਾਬ ਸੋਨਾ ਐਂਡ ਪੰਜਾਬ ਕੇਸਰ ਰਿਸੈਂਟਲੀ ਇਨ ਦਾ ਨਿਊਜ਼ ਵਾਜ਼ ਵਰਾਇਟੀਜ਼ ਆਫ। ਪੰਜਾਬ ਸੋਨਾ ਅਤੇ ਪੰਜਾਬ ਕੇਸਰ ਦੋ ਵਰਾਇਟੀਜ਼ ਹੈਗੀਆਂ ਜੋ ਰਿਸੈਂਟਲੀ ਨਿਊਜ਼ ਦੇ ਵਿੱਚ ਸੀਗੀਆਂ। ਸੋ ਇਹ ਦੱਸੋ ਵੀ ਕਿਹਦੀਆਂ ਵਰਾਇਟੀਜ਼ ਹੈਗੀਆਂ? ਤਾਂ ਆਪਣਾ ਆਨਸਰ ਆ ਜਾਊਗਾ ਟੋਮੈਟੋ ਦੀਆਂ ਵਰਾਇਟੀਜ਼ ਹੈਗੀਆਂ। ਤੁਹਾਡਾ ਜਿਹੜਾ ਐਗਰੀਕਲਚਰ ਪੋਰਸ਼ਨ ਹੈਗਾ ਉਹਦੇ ਲਈ ਵੀ ਇਹ ਚੀਜ਼ ਜ਼ਰੂਰੀ ਹੋਊਗੀ, ਠੀਕ ਹੈ ਜੀ। ਸੋ ਬਹੁਤ ਹੀ ਇੰਪੋਰਟੈਂਟ ਲੈਕਚਰ ਸੀਗਾ ਅੱਜ ਦਾ। ਸੋ ਅੱਜ ਦੇ ਲੈਕਚਰ ਦੇ ਵਿੱਚ ਸਭ ਤੋਂ ਜਿਹੜੇ ਇੰਪੋਰਟੈਂਟ ਪੁਆਇੰਟ ਸੀਗੇ ਆਪਾਂ ਉਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਜਿਹੜਾ ਸਭ ਤੋਂ ਜਿਹੜਾ ਇੰਪੋਰਟੈਂਟ ਸੀਗਾ ਵੀ ਜਿਹੜੀ ਖੰਜਰ ਐਕਸਰਸਾਈਜ਼ ਕਿਹਦੇ ਅਤੇ ਕਿਹਦੇ ਵਿਚਕਾਰ ਹੋਈ? ਇੰਡੀਆ ਅਤੇ ਕਿਰਗਿਸਤਾਨ ਦੇ ਵਿੱਚ ਹੋਈ, ਠੀਕ ਹੈ ਜੀ। ਸੋ ਜਿਹੜਾ ਇੱਕ ਫਲੋਟਿੰਗ ਰੀਗੈਸੀਫਿਕੇਸ਼ਨ ਪਲਾਂਟ ਲਾਇਆ ਗਿਆ ਮੁੰਬਈ ਦੇ ਵਿੱਚ ਲਾਇਆ ਗਿਆ, ਠੀਕ ਹੈ। ਸੋ ਸਭ ਤੋਂ ਇੰਪੋਰਟੈਂਟ ਇਹੀ ਪੁਆਇੰਟ ਬਣਦਾ। ਇੱਕ ਆਪਾਂ ਪੜ੍ਹਿਆ ਸੀਗਾ ਵੀ ਜਿਹੜਾ ਚਿਰੋਬਾ ਫੈਸਟੀਵਲ ਹੈਗਾ ਕਿੱਥੇ ਹੁੰਦਾ? ਉਹ ਆਪਣਾ ਮਨੀਪੁਰ ਦੇ ਵਿੱਚ ਹੁੰਦਾ, ਠੀਕ ਹੈ। ਸੋ ਨੈਕਸਟ ਇੰਪੋਰਟੈਂਟ ਪੁਆਇੰਟ ਜਿਹੜਾ ਪੂਰੇ ਲੈਕਚਰ ਦੇ ਵਿੱਚ ਇਹ ਹੈਗਾ ਵੀ ਨਨਤਾਜ ਨਿਊਕਲੀਅਰ ਪਾਵਰ ਪਲਾਂਟ ਕਿੱਥੇ ਹੈਗਾ? ਤਾਂ ਆਪਣਾ ਹੈਗਾ ਈਰਾਨ ਦੇ ਵਿੱਚ, ਠੀਕ ਹੈ। ਉਸ ਤੋਂ ਇੰਪੋਰਟੈਂਟ ਹੈਗਾ ਪੰਜਾਬ ਸੋਨਾ ਅਤੇ ਪੰਜਾਬ ਕੇਸਰ ਦੀ ਜਿਹੜੀ ਦੋ ਵਰਾਇਟੀ ਰਿਸੈਂਟਲੀ ਨਿਊਜ਼ ਦੇ ਵਿੱਚ ਹੈਗੀਆਂ ਕਿ ਕਿਹੜੀਆਂ ਕਿਸ ਚੀਜ਼ ਦੀਆਂ ਵਰਾਇਟੀਜ਼ ਹੈਗੀਆਂ? ਟੋਮੈਟੋ ਦੀਆਂ ਹੈਗੀਆਂ, ਠੀਕ ਹੈ। ਇੱਕ ਜਿਹੜੀ ਆਪਣੀ ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਕਮੇਟੀ ਹੈਗੀ ਹੈ ਉਹਦਾ ਕਿਹੜਾ ਸੈਸ਼ਨ ਸੀਗਾ? ਉਹਦਾ ਸੈਸ਼ਨ ਸੀਗਾ ਫਸਟ ਸੈਸ਼ਨ, ਅਤੇ ਕਿਹਨੇ ਹੈਡ ਕੀਤਾ? ਪਿਊਸ਼ ਗੋਇਲ ਨੇ, ਠੀਕ ਹੈ। ਸੈਕਿੰਡ ਲਾਸਟ ਜੋ ਇੰਪੋਰਟੈਂਟ ਪੁਆਇੰਟ ਬਣਦਾ ਹੈ ਵੀ ਰਾਇਸੀਨਾ ਡਾਇਲੋਗ ਦਾ ਕਿਹੜਾ ਸੈਸ਼ਨ ਹੋਇਆ ਰਿਸੈਂਟਲੀ? ਤਾਂ ਆਪਣਾ ਆਨਸਰ ਆ ਜਾਊਗਾ 6th ਸੈਸ਼ਨ ਹੋਇਆ। ਸ਼ਾਂਗਰੀਲਾ ਡਾਇਲੋਗ ਕਿਸ ਚੀਜ਼ ਦੇ ਨਾਲ ਰਿਲੇਟਿਡ ਹੈਗਾ? ਵਰਲਡ ਪੀਸ ਨੂੰ ਮੇਨਟੇਨ ਕਰਨ ਵਾਸਤੇ ਸ਼ਾਂਗਰੀਲਾ ਡਾਇਲੋਗ ਹੁੰਦਾ। ਕਿੱਥੇ ਹੁੰਦਾ ਸ਼ਾਂਗਰੀਲਾ ਡਾਇਲੋਗ? ਤਾਂ ਆਪਣਾ ਆਨਸਰ ਆ ਜਾਊਗਾ ਸਿੰਗਾਪੁਰ ਦੇ ਵਿੱਚ। ਵਰਲਡ ਇਕਨੋਮਿਕ ਫੋਰਮ ਦਾ ਐਨੂਅਲ ਸੈਸ਼ਨ ਕਿੱਥੇ ਹੁੰਦਾ? ਤਾਂ ਆਪਣਾ ਆਨਸਰ ਆ ਜਾਊਗਾ ਡੈਵੋਸ ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ। ਥੈਂਕ ਯੂ ਸੋ ਮਚ।